ਲੋਕ ਅਵਾਰਡ ਵਾਪਸੀ ਕਰ ਰਹੇ ਸੀ, ਪਰ ਤੁਸੀਂ ਅਵਾਰਡ ਐਕਸੈਪਟ ਨਾ ਕਰਕੇ ਇੱਕ ਮਿਸਾਲ ਪੇਸ਼ ਕੀਤੀ ਸੀ। ਲੋਕ ਕਹਿ ਰਹੇ ਨੇ ਕਿ ਇੱਕ ਸਿਆਸੀ ਵਿਦਰੋਹ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸਿਆਸੀ ਵਿਦਰੋਹ ਹੈ ਜਾਂ ਨਹੀਂ? ਪੰਜਾਬ ਦਾ ਪਾਣੀ, ਪੰਜਾਬ ਦੀ ਮਿੱਟੀ ਦੀ ਕੁਰਬਾਨੀ ਕਰਕੇ ਅਸੀਂ ਦੇਸ਼ ਦਾ ਢਿੱਡ ਭਰਿਆ ਤੇ ਅੱਜ ਅਸੀਂ ਅੱਤਵਾਦੀ ਹੋ ਗਏ, ਅੱਜ ਅਸੀਂ ਵੱਖਵਾਦੀ ਹੋ ਗਏ। ਪਰ ਅਸੀਂ ਪਹਿਲਾਂ ਵੀ ਕਿਤੇ ਪੜ੍ਹਿਆ ਸੀ ਕਿ 2004 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਉਦੋਂ ਦੇ ਵਾਈਸ ਚਾਂਸਲਰ ਸੀਗੇ, ਉਹਨਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਜਿਹੜੀ ਯੂਨੀਵਰਸਿਟੀ ਦੀ ਗਰਾਊਂਡ ਹੈ, ਉਹ ਲੈਂਡ ਹੈ ਜਿਹੜੀ, ਉਹ ਸਿਆਸੀ ਰੈਲੀ ਦੇ ਲਈ ਵਰਤਣ ਦੇ ਲਈ ਇਨਕਾਰ ਕਰ ਦਿੱਤਾ ਸੀ। ਪਰ 25 ਦਸੰਬਰ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਨੇ ਤਾਂ ਅਸੀਂ ਸੁਣਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਨੇ ਉਹ ਆਨਲਾਈਨ ਜਿਹੜਾ ਉਹ ਸੰਬੋਧਨ ਜਿਹੜਾ ਹੈ ਉਹ ਵਿਗਿਆਨੀਆਂ ਨੂੰ ਤੇ ਵਿਦਿਆਰਥੀਆਂ ਨੂੰ ਸੁਣਾਇਆ। ਤਾਂ ਪੜ੍ਹੇ ਲਿਖੇ ਤਬਕੇ ਦਾ ਤਾਂ ਇੱਕ ਵਾਰ ਫੇਰ ਤੋਂ ਸਿਰ ਸ਼ਰਮ ਦੇ ਨਾਲ ਝੁਕ ਗਿਆ। ਫਰਜ਼ ਤਾਂ ਬਣਦਾ ਕਿ ਜਦੋਂ ਸਾਰੀਆਂ ਲਗਭਗ 70 ਯੂਨੀਵਰਸਿਟੀਆਂ ਹੋਣੀਆਂ, ਖੇਤੀਬਾੜੀ ਯੂਨੀਵਰਸਿਟੀਆਂ, ਇਹਨਾਂ ਦੇ ਵਾਈਸ ਚਾਂਸਲਰ ਨੂੰ ਖੱਤ ਆਉਂਦਾ ਹੈ ਤੇ ਵਾਈਸ ਚਾਂਸਲਰ ਕਾਫਲਾ ਬਣਾਉਂਦੇ, ਜਾ ਕੇ ਪ੍ਰਧਾਨ ਮੰਤਰੀ ਨਾਲ ਟੇਬਲ ਤੇ ਬੈਠਦੇ ਸਤਿਕਾਰ ਨਾਲ ਕਿ ਸਰ ਆਹ ਗੱਲਾਂ ਠੀਕ ਨਹੀਂ, ਆਪਾਂ ਇਹਨੂੰ ਦਰੁਸਤ ਕਰ ਲਈਏ। ਸਿਆਸੀ ਧਿਰਾਂ ਵੱਲੋਂ ਪ੍ਰਜਾ ਦੀ ਕੀਤੀ ਗਈ ਲੁੱਟ ਖੁਸਵਟ ਵਿੱਚੋਂ ਸਾਡੇ ਹਿਰਦਿਆਂ ਵਿੱਚੋਂ ਨਿਕਲ ਰਹੀ ਕੂਕ ਹੈ ਕਿ ਅਸੀਂ ਆਪਣੇ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੋਰਨਾ ਚਾਹੁੰਦੇ ਹਾਂ। ਪਰ ਸਬਸਿਡੀਆਂ ਇੱਕ ਇਹੋ ਜਿਹਾ ਮਿੱਠਾ ਜ਼ਹਿਰ ਨੇ, ਇਹ ਸਾਡੇ ਸਮੁੱਚੀ ਸਭਿਅਤਾ ਵਾਸਤੇ ਨਾ ਇੱਕ ਬਹੁਤ ਵਿਨਾਸ਼ਕਾਰੀ ਸਿੱਧ ਹੋ ਰਹੇ ਨੇ। ਦੇਖੋ 1 ਕਰੋੜ ਦਾ ਜੁਰਮਾਨਾ ਕਰਨਾ, 5 ਸਾਲ ਦੀ ਕੈਦ ਕਰਨੀ, ਇਹ ਫੇਰ ਧੱਕੇਸ਼ਾਹੀ ਹੈ, ਇਹ ਆਟੋਕ੍ਰੇਸੀ ਹੈ। ਦੇਖੋ ਤੁਸੀਂ ਉਹ ਕਿਸਾਨ ਦੀ ਉਂਗਲ ਫੜ ਕੇ ਉਹਨੂੰ ਸਿਖਾਇਆ ਹੋਵੇ, ਉਹ ਨਾ ਕਰੇ, ਫਿਰ ਉਹਨੂੰ ਕੋਈ ਗੱਲ ਕਰੋ। ਕਿੱਡਾ ਵੱਡਾ ਅਦਾਰਾ ਸੀ ਸਾਡਾ BSNL, ਸਾਰਾ ਵੇਚ ਛੱਡਿਆ ਇਹਨਾਂ ਕੋਲੇ। ਹਾਂਜੀ, ਹੁਣ ਲੋਕੀ ਜੀਓ ਨੂੰ ਛੱਡ ਕੇ ਜਾ ਰਹੇ ਦੂਜੇ ਪਾਸੇ ਤੇ ਉਹ BSNL ਕੋਲ ਜਾਂਦੇ, ਉਹਨੂੰ ਸਰਵਿਸ ਨਹੀਂ ਮਿਲਦੀਆਂ ਤੇ BSNL ਨੂੰ ਉਹ ਸਰਵਿਸਾਂ ਦੇਣ ਵਾਸਤੇ ਛੱਡਿਆ ਹੀ ਨਹੀਂ। ਉਹ ਸਰਵਿਸਿਜ਼ ਉਹ ਦੇ ਹੀ ਨਹੀਂ ਸਕਦਾ, ਕਿਉਂਕਿ ਜਦੋਂ BSNL ਦੇ ਅਫਸਰਾਂ ਨਾਲ ਬੈਠਦੇ ਆ, ਮਿਲਦੇ ਆ, ਮੀਡੀਆ ਤੇ ਬਹੁਤ ਕੁਝ ਪਿਆ, ਉਹਨਾਂ ਨੇ ਆ ਕੇ ਆਪਣਾ ਦਿਲ ਰੋਇਆ ਕਿ ਸਾਨੂੰ ਸਰਕਾਰ ਅਲਾਓ ਹੀ ਨਹੀਂ ਕਰ ਰਹੀ ਜੋ ਸਾਡੇ ਕੋਲੇ ਹੋਣਾ ਚਾਹੀਦਾ। ਇਹ ਜਿਹੜੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਕੰਮ ਵੀ ਘਰਾਣੇ ਕਰਨਗੇ ਤੇ ਮੰਡੀ ਦਾ ਕੰਮ ਵੀ ਘਰਾਣੇ ਕਰਨਗੇ, ਵਿਦਿਆ ਦਾ ਕੰਮ ਵੀ ਹੋ ਗਿਆ, ਐਗਰੀਕਲਚਰ ਯੂਨੀਵਰਸਿਟੀਆਂ ਵੀ ਗਈਆਂ ਤੇ ਰਹਿ ਵੀ ਗਿਆ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਇੱਕ ਪਾਸੇ ਸਰਕਾਰ ਪੂਰੀ ਵਾਹ ਲਾ ਰਹੀ ਹੈ ਕਿਸਾਨੀ ਅੰਦੋਲਨ ਨੂੰ ਕੁਚਲਣ ਦੀ, ਪਰ ਕੁਦਰਤੀ ਦੇਖੋ ਕਿ ਕਿਸਾਨੀ ਅੰਦੋਲਨ ਦੀ ਪਕੜ ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ। ਕਿਸਾਨਾਂ ਨੇ ਇਸ ਸੰਘਰਸ਼ ਦੇ ਨਾਲ, ਇਸ ਅੰਦੋਲਨ ਦੇ ਨਾਲ ਇੱਕ ਬੜੀ ਖੂਬਸੂਰਤ ਮਿਸਾਲ ਪੇਸ਼ ਕੀਤੀ ਹੈ। ਮਿਸਾਲ ਹੈ AK ਦੀ, ਇਹ ਮਿਸਾਲ ਹੈ ਜਾਗਦੀਆਂ ਜ਼ਮੀਰਾਂ ਦੀ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਤੱਥ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਨੇ। ਅਸੀਂ ਜਾਣਦੇ ਹਾਂ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਅਗਲੀ ਮੀਟਿੰਗ, ਜੋ ਕਿ ਪਹਿਲਾਂ 29 ਨੂੰ ਸੀ, ਹੁਣ ਉਹ ਪੋਸਟਪੋਨ ਹੋ ਕੇ 30 ਦਸੰਬਰ ਨੂੰ ਹੋ ਗਈ ਹੈ। ਉਹ ਮੀਟਿੰਗ ਬੜੀ ਹੀ ਅਹਿਮ ਰਹਿਣ ਵਾਲੀ ਹੈ। ਪਰ ਕਿਸਾਨਾਂ ਦੀ ਇੱਕੋ ਇੱਕ ਮੰਗ 3 ਖੇਤੀ ਬਿੱਲ ਰੱਦ ਕਰਵਾਉਣਾ। ਕਿ ਰੱਦ ਹੋਣਗੇ ਜਾਂ ਨਹੀਂ, ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਤੇ ਅੱਜ ਵਧੇਰੇ ਗੱਲਬਾਤ ਕਰਨ ਦੇ ਲਈ, ਚਰਚਾ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮੁੱਖ ਭੂਮੀ ਵਿਗਿਆਨੀ ਡਾਕਟਰ ਵਰਿੰਦਰਪਾਲ ਜੀ। ਅੱਜ ਗੱਲਬਾਤ ਕਰਾਂਗੇ ਇਸੇ ਮੁੱਦੇ ਤੇ। ਵਰਿੰਦਰਪਾਲ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਤੁਸੀਂ ਪਹਿਲਾਂ ਵੀ ਲੋਕ ਅਵਾਰਡ ਵਾਪਸੀ ਕਰ ਰਹੇ ਸੀ, ਪਰ ਤੁਸੀਂ ਅਵਾਰਡ ਐਕਸੈਪਟ ਨਾ ਕਰਕੇ ਇੱਕ ਮਿਸਾਲ ਪੇਸ਼ ਕੀਤੀ ਸੀ। ਲੋਕ ਕਹਿ ਰਹੇ ਨੇ ਕਿ ਇੱਕ ਸਿਆਸੀ ਵਿਦਰੋਹ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸਿਆਸੀ ਵਿਦਰੋਹ ਹੈ ਜਾਂ ਨਹੀਂ? ਦੇਖੋ ਜੀ, ਇਹ ਤਾਂ ਐਵੇਂ ਕਹਿਣ ਕਹਾਉਣ ਦੀਆਂ ਗੱਲਾਂ ਨੇ। ਮੀਡੀਆ ਜਾਂ ਸਰਕਾਰੀ ਨੁਮਾਇੰਦੇ ਕੁਝ ਵੀ ਕਹੀ ਜਾਣ, ਸਾਰੀ ਦੁਨੀਆ ਜਾਣਦੀ ਹੈ। ਮੈਂ ਅੱਜ ਤੁਹਾਡੇ ਕੋਲੇ ਬੈਠਾ ਤੇ ਮੇਰੇ ਵਰਗੇ ਹੋਰ ਅਨੇਕਾਂ ਲੋਕ ਸੱਚ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਤੇ ਨਾ ਹੀ ਅਸੀਂ ਕੋਈ ਸਿਆਸੀ ਪਿਛੋਕੜ ਦੀ ਸਾਡਾ ਕੋਈ ਰਿਹਾ ਤੇ ਨਾ ਹੀ ਅਸੀਂ ਕੋਈ ਇਦਾਂ ਦੀ ਆਸ ਰੱਖਦੇ ਹਾਂ ਕਿ ਅਸੀਂ ਇਹਦੇ ਵਿੱਚੋਂ ਕੋਈ ਸਿਆਸੀ ਮੁਨਾਫਾ ਲੈਣਾ। ਵਿੱਚੋਂ ਸਾਡੀ ਭਾਵਨਾ ਸਿਰਫ ਇਹ ਹੈ ਵੀ ਅਸੀਂ ਦੇਸ਼ ਨਾਲ ਧਰੋਹ ਨਹੀਂ ਕਰ ਸਕਦੇ, ਅਸੀਂ ਆਪਣੇ ਦੇਸ਼ ਨਾਲ ਦਗਾ ਨਹੀਂ ਕਰ ਸਕਦੇ, ਆਪਣੇ ਫਰਜ਼ ਜਿਹੜੇ ਉਹ ਨਿਭਾ ਰਹੇ ਹਾਂ। ਮੇਰੇ ਖਿਆਲ 'ਚ ਕੋਈ ਸਿਆਸੀ ਵਿਦਰੋਹ ਬਿਲਕੁਲ ਨਹੀਂ। ਇਹ ਤਾਂ ਸਿਆਸੀ ਧਿਰਾਂ ਵੱਲੋਂ ਪ੍ਰਜਾ ਦੀ ਕੀਤੀ ਗਈ ਲੁੱਟ ਖੁਸਵਟ ਵਿੱਚੋਂ ਸਾਡੇ ਹਿਰਦਿਆਂ ਵਿੱਚੋਂ ਨਿਕਲ ਰਹੀ ਕੂਕ ਹੈ ਕਿ ਅਸੀਂ ਆਪਣੇ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੋਰਨਾ ਚਾਹੁੰਦੇ ਹਾਂ। ਅਕਸਰ ਅਸੀਂ ਕਹਿੰਦੇ ਹਾਂ ਕਿ ਜਿਹੜੀ ਸੱਤਾਧਾਰੀ ਧਿਰ ਹੈ, ਜਿਹੜੀ ਉਹਦੀ ਤਾਕਤ ਹੈ, ਜਾਂ ਕਹਿ ਲਓ ਕਿ ਉਹ ਇੰਨੀ ਕੁ ਜ਼ਿਆਦਾ ਸੱਤਾਧਾਰੀ ਧਿਰ ਜਿਹੜੀ ਅੰਨੀ ਹੋ ਚੁੱਕੀ ਹੈ ਕਿ ਉਹਦੇ ਦਬਾਅ ਹੇਠਾਂ ਸਾਡੀਆਂ ਧਾਰਮਿਕ, ਸਮਾਜਿਕ, ਵਿਦਿਅਕ ਅਦਾਰੇ ਨੇ ਜਾਂ ਸਾਡੇ ਨੈਸ਼ਨਲ ਮੀਡੀਆ ਨੇ ਇਸ ਤਰ੍ਹਾਂ ਚੁੱਪੀ ਵੱਟੀ ਹੋਈ ਹੈ, ਤਾਂ ਦੇਖ ਕੇ ਅਸੀਂ ਸ਼ਰਮਸਾਰ ਹੋ ਰਹੇ ਹਾਂ। ਠੀਕ ਹੈ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਇਹ ਇੰਨਾ ਦਬਾਅ ਹੈ ਨਾ
ਕਿ ਹਰ ਬੰਦਾ ਸਾਹ ਲੈਣ ਤੋਂ ਵੀ ਡਰਦਾ ਵੀ ਮੈਂ ਲਵਾਂ ਕਿ ਨਾ ਲਵਾਂ, ਸੱਚ ਬੋਲਾਂ ਕਿ ਨਾ ਬੋਲਾਂ। ਪਤਾ ਸਾਰਿਆਂ ਨੂੰ ਹੈ ਵੀ ਇਹ ਹੋ ਕੀ ਰਿਹਾ ਹੈ, ਬਟ ਇਹ ਵੀ ਇਹ ਸਾਡੀ ਵਿਡੰਬਣਾ ਹੈ ਕਿ ਸਾਨੂੰ ਇਦਾਂ ਦੀ ਐਜੂਕੇਸ਼ਨ ਹੀ ਨਹੀਂ ਦਿੱਤੀ ਗਈ ਕਿ ਸਾਨੂੰ ਇਹ ਪਤਾ ਹੋਵੇ ਸੰਸਾਰ ਨਾਸ਼ਵਾਨ ਹੈ ਤੇ ਅਸੀਂ ਸੱਚ ਦੀ ਗੱਲ ਕਰਨੀ ਹੈ। ਝੂਠ ਦੇ ਪੈਰ ਨਹੀਂ ਹੁੰਦੇ, ਝੂਠ ਨੇ ਬਹੁਤਾ ਸਮਾਂ ਰਹਿਣਾ ਨਹੀਂ, ਪਰ ਫਿਰ ਵੀ ਸਾਡਾ ਐਜੂਕੇਸ਼ਨ ਸਿਸਟਮ ਹੀ ਇਦਾਂ ਦਾ ਹੈ ਜਿਸ ਸਿਸਟਮ ਨੇ ਸਾਨੂੰ ਸੱਚ ਬੋਲਣ ਦੀ ਜ਼ਰੂਰਤ ਸਿਖਾਈ ਹੋਈ ਨਹੀਂ। ਇਹ ਸਾਡੇ ਸਿਸਟਮ ਦੀ ਬੜੀ ਭਾਰੀ ਅਸੀਂ ਅਕਸਰ ਸੁਣਦੇ ਰਹੇ ਹਾਂ ਕਿ ਜਿਹੜੇ ਵਿਦਿਅਕ ਅਦਾਰੇ ਹੁੰਦੇ ਨੇ, ਜਿਹੜੇ ਮਾਹਰ ਹੁੰਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਅਜਿਹੇ ਸਟੂਡੈਂਟ ਨੂੰ, ਇੱਕ ਅਜਿਹੇ ਵਿਅਕਤੀ ਨੂੰ ਕਰਨਾ ਜਿਸ ਨੂੰ ਸਿਆਸਤ ਤੋਂ ਪਰੇ ਰੱਖਣਾ ਪੈਣਾ, ਚੰਗੇ ਸੰਸਕਾਰਾਂ ਦੇ ਨਾਲ, ਚੰਗੀ ਸਿੱਖਿਆ ਦੇ ਨਾਲ ਉਸ ਨੂੰ ਸੰਪੂਰਨ ਬਣਾਉਣਾ। ਪਰ ਅਸੀਂ ਪਹਿਲਾਂ ਵੀ ਕਿਤੇ ਪੜ੍ਹਿਆ ਸੀ ਕਿ 2004 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਉਦੋਂ ਦੇ ਵਾਈਸ ਚਾਂਸਲਰ ਸੀਗੇ, ਉਹਨਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਜਿਹੜੀ ਯੂਨੀਵਰਸਿਟੀ ਦੀ ਗਰਾਊਂਡ ਹੈ, ਉਹ ਲੈਂਡ ਹੈ ਜਿਹੜੀ, ਉਹ ਸਿਆਸੀ ਰੈਲੀ ਦੇ ਲਈ ਵਰਤਣ ਦੇ ਲਈ ਇਨਕਾਰ ਕਰ ਦਿੱਤਾ ਸੀ। ਪਰ 25 ਦਸੰਬਰ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਨੇ ਤਾਂ ਅਸੀਂ ਸੁਣਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਨੇ ਉਹ ਆਨਲਾਈਨ ਜਿਹੜਾ ਉਹ ਸੰਬੋਧਨ ਜਿਹੜਾ ਹੈ ਉਹ ਵਿਗਿਆਨੀਆਂ ਨੂੰ ਤੇ ਵਿਦਿਆਰਥੀਆਂ ਨੂੰ ਸੁਣਾਇਆ। ਤਾਂ ਪੜ੍ਹੇ ਲਿਖੇ ਤਬਕੇ ਦਾ ਤਾਂ ਇੱਕ ਵਾਰ ਫੇਰ ਤੋਂ ਸਿਰ ਸ਼ਰਮ ਦੇ ਨਾਲ ਝੁਕ ਗਿਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਠੀਕ ਕਹਿ ਰਹੇ ਹੋ। ਮੈਨੂੰ ਯਾਦ ਆਉਂਦਾ ਕਿ ਡਾਕਟਰ ਕਿਰਪਾਲ ਸਿੰਘ ਔਲਖ ਉਦੋਂ ਸਾਡੇ ਵਾਈਸ ਚਾਂਸਲਰ ਸਨ ਤੇ ਵਾਜਪਾਈ ਜੀ ਨੇ ਰੈਲੀ ਕਰਨੀ ਸੀ ਤੇ ਡਾਕਟਰ ਸਾਹਿਬ ਨੇ ਬੜਾ ਬੋਲਡ ਡਿਸੀਜਨ ਲਿਆ ਕਿ ਮੈਂ ਖੇਤੀਬਾੜੀ ਯੂਨੀਵਰਸਿਟੀ ਨੂੰ ਸਿਆਸੀ ਮੈਦਾਨ ਨਹੀਂ ਬਣਾ ਸਕਦਾ, ਔਰ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਪਰ ਇਹ 25 ਦਸੰਬਰ ਨੂੰ ਕੀ ਹੋਇਆ ਕਿ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੇ, ਹੋ ਸਕਦਾ ਦੂਜੀਆਂ ਯੂਨੀਵਰਸਿਟੀਆਂ ਨੇ ਵੀ, ਆਪਣੇ ਵਿਦਿਆਰਥੀਆਂ ਨੂੰ, ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਦਾ ਉਹ ਭਾਸ਼ਣ ਸੁਣਾਇਆ ਤੇ ਸੱਚ ਜਾਣਿਓ ਸਾਡਾ ਸਿਰ ਸ਼ਰਮ ਨਾਲ ਨਾ ਐਂ ਝੁਕ ਗਿਆ ਵੀ ਹੁਣ ਇੱਥੇ ਕੀ ਕਰੀਏ। ਮੈਂ ਕਿਸੇ ਅਨਪੜ੍ਹ ਨੂੰ ਤਾਂ ਤੁਸੀਂ ਗਲਤ ਗੱਲ ਕੋਈ ਕਹੋ, ਹੁਣ ਪੜ੍ਹੇ ਲਿਖੇ ਵਿਗਿਆਨੀ ਤੇ ਸਾਇੰਸ ਦੇ ਵਿਦਿਆਰਥੀ ਸਾਹਮਣੇ ਬੈਠੇ ਤੇ ਪ੍ਰਧਾਨ ਮੰਤਰੀ ਜੀ ਸਾਰਾ ਕੁਝ ਉਹੀ ਬੋਲੀ ਜਾ ਰਹੇ ਨੇ ਜਿਹਦਾ ਆਧਾਰ ਹੀ ਕੋਈ ਨਹੀਂ, ਬਿਲਕੁਲ ਕਿਸਾਨ ਦੇ ਹਿੱਤ ਵਿੱਚ ਨਹੀਂ। ਤੁਸੀਂ ਮੀਡੀਆ 'ਚ ਦੇਖਿਆ ਵੀ ਕਿਸ ਤਰ੍ਹਾਂ ਮਤਲਬ ਕਿ ਉਹ ਕਿਸਾਨ ਜਿਨ੍ਹਾਂ ਦਾ ਕੋਈ ਸਬੰਧ ਨਹੀਂ, ਉਹਦੀਆਂ ਤਸਵੀਰਾਂ ਉਹਨਾਂ ਨੇ ਯੂਜ਼ ਕੀਤੀਆਂ ਨੇ ਤੇ ਹੋਰ ਕਈ ਕੁਛ ਆ। ਔਰ ਪ੍ਰਧਾਨ ਮੰਤਰੀ ਦਾ ਰੁਤਬਾ ਬੜਾ ਸਤਿਕਾਰਯੋਗ ਹੁੰਦਾ ਹੈ। ਕਿੰਨਾ ਭੱਦਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਵੀਡੀਓ ਨੂੰ ਰੋਕ ਕੇ, ਟੋਕ ਕੇ, ਇੱਕ ਜਿਹਨੂੰ ਆਪਾਂ ਅਨਪੜ੍ਹ ਕਹਿੰਦੇ ਆ, ਉਹ ਕਿਸਾਨ ਵੀ ਪੜ੍ਹੇ ਲਿਖਿਆਂ ਤੋਂ ਵਧੀਆ ਸਵਾਲ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਰਿਹਾ, ਬੜੇ ਸਤਿਕਾਰ ਨਾਲ ਪੁੱਛ ਰਿਹਾ, ਪ੍ਰਧਾਨ ਮੰਤਰੀ ਜੀ ਤੁਸੀਂ ਆਹ ਕਹਿ ਰਹੇ ਹੋ, ਆਹ ਕੀ ਹੈ? ਉਹ ਦੇਖ ਸੁਣ ਕੇ ਸਾਡੇ ਪੜ੍ਹੇ ਲਿਖਿਆਂ ਨੂੰ ਜਿਵੇਂ ਹੁੰਦਾ ਨਾ ਪਾਣੀ ਬਸ ਅੰਦਰੋਂ ਹੀ ਹੋ ਗਿਆ ਵੀ ਸਾਨੂੰ ਸਾਡੇ ਵਾਈਸ ਚਾਂਸਲਰਾਂ ਨੇ ਆਹ ਕੀ ਸੁਣਾਇਆ ਜਾ ਰਿਹਾ। ਮੈਨੂੰ ਗੁਰਬਾਣੀ ਦੀ ਪੰਕਤੀ ਯਾਦ ਆਉਂਦੀ ਹੈ, ਸਵੇਰੇ ਆਸਾ ਦੀ ਵਾਰ ਪੜ੍ਹਦਾ ਸਾਹਮਣੇ ਆ ਗਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੜ੍ਹਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ। ਵੀ ਜੇ ਪੜਿਆ ਹੋਇਆ ਬੰਦਾ ਹੀ ਗੁਨਾਹ ਕਰਨ ਲੱਗ ਜਾਵੇ, ਉਹੀ ਅਪਰਾਧ ਕਰਨ ਲੱਗ ਜਾਵੇ ਤਾਂ ਓਮੀ ਸਾਧ ਨੂੰ ਘਬਰਾਉਣਾ ਨਹੀਂ ਚਾਹੀਦਾ। ਓਮੀ ਸਾਧ ਹੁੰਦਾ ਵੀ ਅਨਪੜਿਆ ਪੜਿਆ ਹਾਂ ਅਨਵੇਰ ਹੈ ਵੀ ਉਹਨੂੰ ਤਾਂ ਘਬਰਾਉਣਾ ਨਹੀਂ ਚਾਹੀਦਾ। ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ। ਮਤਲਬ ਕਿ ਵੀ ਇਹ ਸਾਡੇ ਕਿਸਾਨਾਂ ਨੇ ਉਹ ਗੱਲ ਨੂੰ ਪ੍ਰਤੱਖ ਕਰ ਦਿਖਾਇਆ ਵੀ ਇਹ ਘਬਰਾਏ ਨਹੀਂ। ਜੇ ਸਾਡੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੇ ਇਹ ਗੱਲ ਕਰਨੀ ਸੀ ਉਹ ਆਪਣੇ ਫਰਜ਼ਾਂ ਤੋਂ ਕੋਤਾਹੀ ਕਰ ਰਹੇ ਨੇ, ਪਰ ਜਿਹਨੂੰ ਅਸੀਂ ਅਨਪੜ੍ਹ ਕਹਿੰਦੇ ਆ, ਉਹਨੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਫੁੱਲ ਚੜਾਇਆ, ਉਹ ਹਾਰਿਆ ਨਹੀਂ। ਪੜ੍ਹਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੋ ਜੇ ਕੰਮ ਕਰੇਗਾ ਤੇਰੀ ਉਹੋ ਜਿਹਾ ਹੀ ਤੇਰਾ ਨਾਂ ਬਣ ਜਾਣਾ। ਤੇਰੀ ਪੜ੍ਹੀ ਲਿਖੀ ਵੀ ਉਹ ਪੜ੍ਹਾਈ ਸਾਰੀ ਗਰਕ ਹੋ ਗਈ। ਜੇ ਤੂੰ ਪੜ੍ਹ ਲਿਖ ਕੇ ਵੀ ਗਲਤ ਕੰਮ ਕਰ ਰਿਹਾ ਤਾਂ ਅੱਜ ਦੇ ਵਾਈਸ ਚਾਂਸਲਰ ਉਹ ਕੰਮ ਕਰ ਰਹੇ ਨੇ, ਪੜ੍ਹ ਲਿਖ ਕੇ ਉਹ ਕੰਮ ਕਰ ਦਿੰਦੇ ਆ। ਮਤਲਬ ਕਿ ਗੁਰੂ ਸਾਹਿਬ ਨੇ ਜਿਹੜਾ ਹਲੂਣਾ ਦਿੱਤਾ ਸੀ ਨਾ ਵੀ ਐਸੀ ਕਲਾ ਨਾ ਖੇਡੀਏ ਚ ਦਰਗਾਹ ਗਿਆ ਹਾਰੀਏ, ਵੀ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇ। ਪੜ੍ਹਿਆ ਅਤੇ ਓਮੀਆਂ ਦੋਨੋਂ ਗੱਲ ਸੁਣ ਲੈਣ, ਪੜ੍ਹੇ ਤੇ ਅਨਪੜ੍ਹ। ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਉੱਥੇ ਤਾਂ ਇਹ ਦੇਖਣਾ ਤਾਂ ਕੰਮ ਕਿਹਦੇ ਚੰਗੇ ਆ, ਕਿੰਨੀਆਂ ਡਿਗਰੀਆਂ, ਕਿੰਨੇ ਸਨਮਾਨ ਕੀ ਲੈ ਲਏ, ਕੰਮ ਹੀ ਚੰਗੇ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ। ਸੋ ਸਾਡੇ ਪੜ੍ਹੇ ਲਿਖੇ ਵਾਈਸ ਚਾਂਸਲਰਾਂ ਦੇ ਮੈਨੂੰ ਦਰਦ ਨਾਲ ਕਹਿਣਾ ਪੈ ਰਿਹਾ, ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਸਾਡੇ ਸਾਰੇ ਸਤਿਕਾਰਯੋਗ ਨੇ, ਪਰ ਹੱਦ ਹੁੰਦੀ ਆ। ਉਹ ਕਿਸੇ ਗੱਲ ਦੀ ਹੱਦ ਹੁੰਦੀ ਹੈ, ਕਠਪੁਤਲੀ ਬਣ ਚੁੱਕੇ ਆ ਨਾ, ਇਹ ਪ੍ਰੂਫ ਕੀਤਾ ਉਹਨਾਂ ਨੇ। ਬਿਲਕੁਲ ਜੀ, ਹੱਦ ਹੁੰਦੀ ਆ ਕਿਸੇ ਗੱਲ ਦੀ। ਸ਼ਰੇਆਮ ਝੂਠ ਬੋਲਿਆ ਜਾ ਰਿਹਾ। ਕਹਿੰਦੇ ਖੇਤੀ ਵਿਗਿਆਨੀ ਸੁਣੋ, KVK ਵਾਲੇ ਸੁਣੋ, ਸਾਰੇ ਵਿਦਿਆਰਥੀਆਂ ਸੁਣੋ। ਸਾਡੇ ਵਿਦਿਆਰਥੀਆਂ ਨੂੰ ਸਵਾਲ ਕਰਦੇ ਆ, ਸਰ ਆਹ ਪ੍ਰਧਾਨ ਮੰਤਰੀ ਜੀ ਕੀ ਕਹਿ ਰਹੇ ਨੇ, ਇਹ ਗੱਲ ਤਾਂ ਆਏ ਆ ਮਤਲਬ ਕਿ ਇਹ ਤਾਂ ਜੀ ਹੁਣ ਮਤਲਬ ਕਿ ਕੀ ਕਹਾਂ। ਤੁਹਾਡੇ ਸਟੂਡੈਂਟਸ ਨੇ ਤੁਹਾਡੇ ਤੋਂ ਕੀ ਸਵਾਲ ਪੁੱਛੇ? ਮੇਰੇ ਫੋਨ 'ਚ ਮੇਰੇ ਵਿਦਿਆਰਥੀਆਂ ਦੀ ਤੁਸੀਂ ਦੇਖੋ ਮੈਸੇਜ, ਮਤਲਬ ਕਿ ਇੰਨੇ ਕੁਐਸਚਨ ਬੱਚੇ ਕਰ ਰਹੇ ਆ, ਸਰ ਆਹ ਪ੍ਰਧਾਨ ਮੰਤਰੀ ਜੀ ਕੀ ਕਹਿ ਰਹੇ ਨੇ, ਮਤਲਬ ਕਿ ਆਹ ਗੱਲ ਕਿਵੇਂ ਹੈ? ਤੁਹਾਡੇ ਕੋਲ ਜਵਾਬ ਸੀ ਆਪਣੇ ਸਟੂਡੈਂਟਸ ਨੂੰ ਜਵਾਬ ਸੀ ਦੇਣ ਦੇ ਲਈ? ਮੈਂ ਤਾਂ ਜੀ ਸ਼ਰਮਿੰਦਾ ਹੀ ਸੀ, ਮੈਂ ਹੋਰ ਕੀ ਕਹਾਂ। ਮੈਂ ਤਾਂ ਆਪਣੀ ਗੱਲ ਪਹਿਲਾਂ ਹੀ ਕਰ ਚੁੱਕਿਆ। ਵਿਦਿਆਰਥੀਆਂ ਨੂੰ ਮੇਰੇ ਨੂੰ ਪਤਾ ਕਿ ਮੈਂ ਸੱਚ ਨਾਲ ਖੜਾ, ਪਰ ਵਿਦਿਆਰਥੀ ਸਵਾਲ ਕਰਦੇ ਯੂਨੀਵਰਸਿਟੀ ਕਿਉਂ ਨਹੀਂ ਸੱਚ ਨਾਲ ਖੜੀ?
ਫਰਜ਼ ਤਾਂ ਬਣਦਾ ਕਿ ਜਦੋਂ ਸਾਰੀਆਂ ਲਗਭਗ 70 ਯੂਨੀਵਰਸਿਟੀਆਂ ਹੋਣੀਆਂ, ਖੇਤੀਬਾੜੀ ਯੂਨੀਵਰਸਿਟੀਆਂ, ਇਹਨਾਂ ਦੇ ਵਾਈਸ ਚਾਂਸਲਰ ਨੂੰ ਖੱਤ ਆਉਂਦਾ ਹੈ ਤੇ ਵਾਈਸ ਚਾਂਸਲਰ ਕਾਫਲਾ ਬਣਾਉਂਦੇ, ਜਾ ਕੇ ਪ੍ਰਧਾਨ ਮੰਤਰੀ ਨਾਲ ਟੇਬਲ ਤੇ ਬੈਠਦੇ ਸਤਿਕਾਰ ਨਾਲ ਕਿ ਸਰ ਆਹ ਗੱਲਾਂ ਠੀਕ ਨਹੀਂ, ਆਪਾਂ ਇਹਨੂੰ ਦਰੁਸਤ ਕਰ ਲਈਏ। ਤੇ ਮਤਲਬ ਕਿ ਇਹਨਾਂ ਨੇ ਕਹਿਤਾ ਜੀ ਸਾਰੇ ਸੁਣੋ, ਮਤਲਬ ਕਿ ਦਿਸ ਇਜ਼ ਦਾ ਮਤਲਬ ਕਿ ਮਤਲਬ ਇੱਕ ਪੜ੍ਹੇ ਲਿਖੇ ਨਾਗਰਿਕ ਦੀ ਇਹ ਜ਼ਿੰਮੇਵਾਰੀ ਨਹੀਂ ਸੀ, ਉਹਦੀ ਜ਼ਿੰਮੇਵਾਰੀ ਕੁਝ ਹੋਰ ਹੈ ਜੋ ਉਹ ਨਿਭਾ ਨਹੀਂ ਰਿਹਾ। ਬਿਲਕੁਲ ਜੀ, ਇਹੋ ਜਿਹੀਆਂ ਪੜ੍ਹਾਈਆਂ, ਇਹੋ ਜਿਹੇ ਮਾਣ ਸਨਮਾਨ ਲੈ ਕੇ ਜਾਣਾ ਕਿੱਥੇ ਆ? ਮਤਲਬ ਕਿ ਇਹ ਤਾਂ ਕਹਿ ਲਓ ਘਾਣ ਹੋ ਰਿਹਾ ਜੀ, ਘਾਣ ਹੋ ਰਿਹਾ, ਜਿਹੜਾ ਕਿ ਮਤਲਬ ਕਿ ਅਸੀਂ ਮਤਲਬ ਕਿ ਦੋਖੀ ਇਸ ਦਾ ਸਾਡੇ ਸਾਹਮਣੇ ਹੋ ਰਿਹਾ। ਪਰ ਵਿਗਿਆਨੀ ਜਿੰਨੀ ਕੁ ਸਮਰੱਥਾ ਸਾਰੇ ਬੋਲ ਰਹੇ ਨੇ, ਪਰ ਜਿਹਨਾਂ ਲੋਕਾਂ ਨੇ ਬੋਲਣਾ ਸੀਗਾ ਉਹਨਾਂ ਦੀ ਜ਼ੁਬਾਨ ਨੂੰ ਕਿਉਂ ਚੇਪੀ ਲੱਗੀ ਹੋਈ ਹੈ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਇੱਥੇ ਬੈਠੇ ਰਹਿਣਾ। ਵੱਡੇ ਵੱਡੇ ਅਬਦਾਲੀ, ਔਰੰਗਜ਼ੇਬ, ਹਿਟਲਰ, ਨਪੋਲੀਅਨ, ਉਹ ਕਿੱਥੇ ਨਹੀਂ ਹੈਗੇ। ਇਹ ਜਿਹੜੇ ਅੱਜ ਕੁਰਸੀਆਂ ਤੇ ਬੈਠੇ, ਕੀ ਇਹਨਾਂ ਨੇ ਬੈਠੇ ਰਹਿਣਾ? ਪਤਾ ਨਹੀਂ ਇਹ ਕਿਹੜੀ ਗੱਲੋਂ ਡਰਦੇ ਨੇ। ਅਸਲ 'ਚ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਦੁਨੀਆ ਨਾਸ਼ਵਾਨ ਹੈ, ਅੱਜ ਨਹੀਂ ਕੱਲ੍ਹ ਅਸੀਂ ਖਤਮ ਹੋ ਜਾਣਾ। ਚੰਗੇ ਕੰਮ ਕਰਾਂਗੇ ਤਾਂ ਸਾਡਾ ਨਾਮ ਵੀ ਚੱਲੇਗਾ, ਮਾਣ ਸਨਮਾਨ ਵੀ ਹੋਵੇਗਾ, ਜੇ ਨਹੀਂ ਤਾਂ। ਪਰ ਉਹਨਾਂ ਨੂੰ ਐਂ ਲੱਗਦਾ ਵੀ ਮੈਨੂੰ ਇੱਕ ਵੀਸੀ ਟਰਮ ਮਿਲ ਗਈ, ਮੈਂ ਦੂਜੀ ਲੈ ਲਾਂ, ਹੁਣ ਦੂਜੀ ਮਿਲ ਗਈ ਮੈਂ ਤੀਜੀ ਲੈ ਲਵਾਂ। ਇਸੇ ਚੱਕਰ ਦੇ ਵਿੱਚ ਹੀ ਨਾ ਸਮਾਜ ਦਾ ਬੇੜਾ ਗਰਕ ਕਰੀ ਜਾ ਰਿਹਾ, ਜਿਹੜੀ ਕਿ ਬਹੁਤ ਹੀ ਇੱਕ ਨਿਰਾਸ਼ਾ ਭਰੀ ਗੱਲ ਹੈ। ਅਸੀਂ ਆਸ ਨਹੀਂ ਸੀ ਕਰਦੇ ਕਿ ਇਹ ਸੋਚ ਕੇ ਬੜੀ ਹੈਰਾਨਗੀ ਵੀ ਹੋ ਰਹੀ ਹੈ ਤੇ ਬੜੀ ਪਰੇਸ਼ਾਨੀ ਵੀ ਹੋ ਰਹੀ ਹੈ ਕਿ ਜਿਨ੍ਹਾਂ ਨੂੰ ਅਸੀਂ ਆਪਣਾ ਭਵਿੱਖ ਕਹਿੰਦੇ ਆ ਸਟੂਡੈਂਟਸ ਨੂੰ, ਤੇ ਇੰਪੈਕਟ ਕੀ ਪਿਆ ਹੋਣਾ ਇਸ ਚੀਜ਼ ਦਾ? ਬਹੁਤ ਮਾੜਾ ਇੰਪੈਕਟ ਪੈ ਰਿਹਾ ਜੀ, ਬਹੁਤ ਮਾੜਾ ਇੰਪੈਕਟ ਪੈ ਰਿਹਾ। ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਕੋਈ ਹਰਿਆ ਬੂਟ ਰੇ ਹੋਰੀ, ਕਿਤੇ ਕਿਤੇ ਸਿਆਣੇ ਲੋਕ, ਸੁਰਜੀਤ ਪਾਤਰ ਜੀ ਬੋਲੇ ਨੇ, ਹੋਰ ਵਿਦਵਾਨ ਬੋਲੇ ਨੇ, ਜਿੰਨਾ ਕਿ ਮੇਰੇ ਵਸ ਵਿੱਚ ਚੱਲਿਆ ਮੈਂ ਬੋਲ ਰਿਹਾ, ਡਾਕਟਰ ਕਿਰਪਾਲ ਸਿੰਘ ਔਲਖ ਬੋਲ ਰਹੇ ਨੇ, ਡਾਕਟਰ ਨਛੱਤਰ ਸਿੰਘ ਮੱਲੀ ਬੋਲ ਰਹੇ ਨੇ, ਸਾਡੇ ਭੱਲਾ ਸਾਹਿਬ ਨੇ, ਜਸਵਿੰਦਰ ਭੱਲਾ, ਉਹਨਾਂ ਨੂੰ ਜਾਣਦੇ ਹੋ, ਬੜਾ ਉਹਨਾਂ ਦਾ ਨਾਮ ਹੈ, ਬੜਾ ਉਹਨਾਂ ਨੇ ਮੀਡੀਆ 'ਚ ਕੰਮ ਕੀਤਾ, ਫਿਲਮ ਹੈ, ਉਹ ਬੋਲ ਰਹੇ ਨੇ, ਮੁਕੰਦ ਸ਼ਰਮਾ ਜੀ ਬੋਲ ਰਹੇ ਨੇ, ਹੋਰ ਬੜੇ ਵਿਦਵਾਨ ਬੋਲੇ, ਸੀਚੇਵਾਲ ਜੀ ਬੋਲ ਰਹੇ ਨੇ, ਹੈ ਜੀ। ਮਤਲਬ ਕਿ ਬੜੇ ਬਾਬਾ ਸੇਵਾ ਸਿੰਘ ਸੇਖਮਾ ਨਹੀਂ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਕਾਰ ਸੇਵਾ ਵਾਲੇ, ਉਹ ਬੋਲ ਰਹੇ ਨੇ ਕਿ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਜੀ ਬੋਲ ਰਹੇ ਨੇ। ਸੋ ਵਿਦਿਆਰਥੀਆਂ ਲਈ ਇਹ ਪ੍ਰੇਰਨਾ ਸਰੋਤ ਨੇ, ਪਰ ਜਿਨ੍ਹਾਂ ਕੋਲੋਂ ਪ੍ਰੇਰਨਾ ਲੈਣੀ ਸੀ ਉਹਨਾਂ ਨੇ ਬੇੜਾ ਗਰਕ ਕਰ ਦਿੱਤਾ ਸਾਡਾ। ਤੁਸੀਂ ਇੱਕ ਬੜਾ ਖੂਬਸੂਰਤ ਆਰਟੀਕਲ ਲਿਖਿਆ ਹੈ, ਉਹਦੇ ਵਿੱਚ ਤੁਸੀਂ ਇਹ ਮੈਂਸ਼ਨ ਕਰ ਰਹੇ ਹੋ ਕਿ ਹੁਣ ਇਹ ਜਿਹੜਾ ਸੰਘਰਸ਼ ਹੈ ਕਿਸ ਦਿਸ਼ਾ ਵੱਲ ਜਾਣਾ ਚਾਹੀਦਾ, ਇਸ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਹੈ। ਉਹ ਆਰਟੀਕਲ ਦੇ ਵਿੱਚ ਬੜੀਆਂ ਖੂਬਸੂਰਤ ਗੱਲਾਂ ਲਿਖੀਆਂ ਨੇ, 8 ਮੁੱਖ ਪੁਆਇੰਟਸ ਜਿਹੜੇ ਤੁਸੀਂ ਡਿਸਕਸ ਕੀਤੇ ਨੇ, ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਤੱਕ ਵੀ ਉਹ ਪਹੁੰਚਾਏ ਜਾਣ। ਦੇਖੋ ਜੀ, 8 ਮੁੱਖ ਪੁਆਇੰਟ ਜਿਹੜੇ ਮੈਂ ਜਦੋਂ ਦਾ ਇਹ ਭਾਣਾ ਵਰਤ ਰਿਹਾ, ਪਿਛਲੇ 3 ਮਹੀਨਿਆਂ ਤੋਂ ਮੈਂ ਸਾਰੇ ਕੇਸ ਨੂੰ ਸਟੱਡੀ ਕਰ ਰਿਹਾ। ਪਿਛਲੇ 26 ਵਰ੍ਹਿਆਂ ਤੋਂ ਮੈਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਇੰਸ ਦਾ ਕੰਮ ਕਰ ਰਿਹਾ। ਉਹ ਸਾਰੀ ਗੱਲ ਨੂੰ ਇੰਟੈਗਰੇਟ ਕਰਕੇ ਇੱਕ ਧਰਾਤਲ ਤੇ ਇੱਕ ਕਿਸਾਨ ਦੀਆਂ ਲੋੜਾਂ ਔਰ ਦੇਸ਼ ਦੀ ਪ੍ਰਮੁੱਖਤਾ ਨੂੰ, ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਮੈਂ 8 ਨੁਕਤੇ ਰੱਖੇ ਨੇ। ਚੰਗਾ ਹੋਇਆ ਕਿ ਮੀਟਿੰਗ 29 ਨੂੰ ਹੋਣੀ ਸੀ, ਉਹ 30 ਨੂੰ ਹੋ ਗਈ, ਤੇ ਮੈਂ ਸਮਝਦਾ ਕਿਸਾਨ ਆਗੂਆਂ ਕੋਲੇ ਹੁਣ ਇਹਨਾਂ ਨੂੰ ਵਿਚਾਰਨ ਲਈ ਪੂਰਾ ਸਮਾਂ। ਵੈਸੇ ਮੈਂ ਸਾਰੇ ਕਿਸਾਨ ਆਗੂਆਂ ਦੀ ਈਮੇਲ ਦੇ ਉੱਤੇ ਆਪਣਾ ਆਰਟੀਕਲ ਭੇਜ ਦਿੱਤਾ, ਉਹਨਾਂ ਨੂੰ ਇਹ ਮਿਲ ਗਿਆ ਹੋਣਾ। ਪਰ ਫਿਰ ਵੀ ਆਪਾਂ ਇਹਦੀ ਚਰਚਾ ਕਰਦੇ ਹਾਂ ਕਿ ਜਿਹੜੇ ਮੈਂ 8 ਨੁਕਤੇ ਰੱਖੇ ਨੇ, ਉਹਦੇ ਸਭ ਤੋਂ ਪਹਿਲਾ ਨੁਕਤਾ ਤਾਂ ਇਹ ਹੈ, 8 ਨੁਕਤਿਆਂ ਤੋਂ ਬਾਹਰ ਹੈ ਇਹ ਗੱਲ, ਕਿ ਪਹਿਲੀ ਤਾਂ ਗੱਲ ਹੈ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਇਹਦੇ ਉੱਤੇ ਕੋਈ ਦੂਜੀ ਰਾਏ ਨਹੀਂ, ਬਲਕਿ ਪਹਿਲੀ ਤਾਂ ਗੱਲ ਹੈ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਇਹ ਦੇਸ਼ ਦੇ ਹਿੱਤ ਵਿੱਚ ਨਹੀਂ। ਔਰ ਉਸ ਤੋਂ ਬਾਅਦ ਨਵੇਂ ਕਾਨੂੰਨ ਬਣਨੇ ਚਾਹੀਦੇ ਨੇ। ਉਹਨਾਂ ਵਾਸਤੇ ਮੈਂ 8 ਨੁਕਾਤੀ ਪ੍ਰੋਗਰਾਮ ਦਿੱਤਾ ਵੀ ਉਹ ਕਾਨੂੰਨਾਂ ਵਿੱਚ ਇਹ ਚੀਜ਼ਾਂ ਨੂੰ ਜੇ ਸ਼ਾਮਲ ਕਰ ਲਿਆ ਜਾਵੇ, ਭਾਰਤ ਦਾ ਕਿਸਾਨ ਵੀ ਸੁਖੀ ਰਹੇਗਾ, ਸਰਕਾਰ ਦਾ ਵੀ ਫਾਇਦਾ ਹੋਵੇਗਾ, ਔਰ ਸਮਾਜ ਨੂੰ ਵੀ ਇਹਦਾ ਬੜਾ ਵੱਡਾ ਲਾਹਾ ਰਹੇਗਾ। ਆਪਾਂ ਇਕੱਲਾ ਡਿਸਕਸ ਕਰਦੇ ਹਾਂ। ਪਹਿਲੀ ਤਾਂ ਗੱਲ ਹੈ ਜੀ ਫਸਲਾਂ ਦੇ ਘੱਟੋ ਘੱਟ ਮੁੱਲ ਦੀ, MSP ਦੀ। ਇਹ ਬਹੁਤ ਇੰਪੋਰਟੈਂਟ ਗੱਲ ਹੈ। MSP ਇੱਕ ਨੀਤੀ ਨਹੀਂ ਹੋਣੀ ਚਾਹੀਦੀ। ਇਟ ਸ਼ੈਲ ਨਾਟ ਬੀ ਦਾ ਪਾਲਿਸੀ, ਇਟ ਸ਼ੈਲ ਬੀ ਲਾ। ਇਹ ਇੱਕ ਕਾਨੂੰਨ ਹੋਣਾ ਚਾਹੀਦਾ। ਇਹ ਨਹੀਂ ਕਿ ਨੀਤੀ ਹੈਗੀ ਹੈ, ਕੋਈ ਮੰਨੇ ਜਾਂ ਨਾ ਮੰਨੇ, ਇਹਦੇ ਉੱਤੇ ਬਕਾਇਦਾ ਇੱਕ ਨਵਾਂ ਕਾਨੂੰਨ ਬਣਨਾ ਚਾਹੀਦਾ। ਤੇ ਜਿਹੜੀ ਵੀ ਫਸਲ ਦੀ ਕਾਸ਼ਤ ਸਾਡੇ ਭਾਰਤ ਵਿੱਚ ਹੁੰਦੀ ਹੈ, ਹਰ ਫਸਲ ਲਈ MSP ਹੋਣਾ ਚਾਹੀਦਾ। ਬਿਲਕੁਲ। ਔਰ ਇਹ MSP ਨੂੰ ਘੜਨ ਦੀ ਜ਼ਿੰਮੇਵਾਰੀ ਇੱਕ ਵਿਸ਼ੇਸ਼ ਸਿਆਣੇ ਲੋਕਾਂ ਦੀ ਟੀਮ ਕੋਲ ਹੋਣੀ ਚਾਹੀਦੀ ਹੈ। ਉਸ ਟੀਮ ਦੇ ਵਿੱਚ ਅੱਧੇ ਖੇਤੀ ਵਿਗਿਆਨੀ ਹੋਣੇ ਚਾਹੀਦੇ ਨੇ, ਅੱਧੇ ਕਿਸਾਨ ਹੋਣੇ ਚਾਹੀਦੇ। ਜੀ ਬਿਲਕੁਲ। ਔਰ ਸਿਆਸੀ ਬੰਦਾ ਉਹਦੇ 'ਚ ਕੋਈ ਨਹੀਂ ਹੋਣਾ ਚਾਹੀਦਾ ਜੀ। ਔਰ ਜਿਹੜੇ ਕਿਸਾਨ ਵੀ ਹੋਣੇ ਨੇ, ਉਹਨਾਂ ਦੀ ਨਾਮਜ਼ਦਗੀ ਵੀ ਸਰਕਾਰ ਨਾ ਕਰੇ, ਕਿਸਾਨ ਜਥੇਬੰਦੀਆਂ ਕਰਨ। ਔਰ ਇਹਨਾਂ ਕਿਸਾਨਾਂ ਵਿੱਚ ਵੀ ਘੱਟੋ ਘੱਟ 5 ਕਿਸਾਨ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਕੋਲੇ 5 ਕਿੱਲੇ ਜਾਂ ਇਦੋਂ ਘੱਟ ਪੈਲੀ, ਜਿਹੜੇ ਬਹੁਤ ਛੋਟੇ ਕਿਸਾਨ ਨੇ, ਮਤਲਬ ਕਿ ਉਹਨਾਂ ਦੀ ਨੁਮਾਇੰਦਗੀ ਹੋਵੇ, ਵਿਗਿਆਨੀ ਹੋਣ, ਕਿਸਾਨ ਹੋਣ, ਤੇ ਬੈਠ ਕੇ ਨੀਤੀ ਤੈਅ ਕਰਨ ਜਿਹਦੇ ਦੇਸ਼ ਦੇ ਹਿੱਤ ਵੀ ਧਿਆਨ 'ਚ ਹੋਣ, ਕਿਸਾਨਾਂ ਦੇ ਹਿੱਤ ਵੀ ਧਿਆਨ ਹੋਣ। ਔਰ ਉਹ ਇੱਕ ਜੋ ਉਹ ਡਿਜ਼ਾਈਨ ਕਰ ਦੇਣ ਪ੍ਰਾਈਸ ਨੂੰ, ਉਹ ਦੇਣਾ ਹਰ ਵਪਾਰੀ ਲਈ ਉਹ ਕਾਨੂੰਨੀ ਤੌਰ 'ਤੇ ਪਾਬੰਦ ਹੋਵੇ। ਹਰ ਵਪਾਰੀ ਲਈ ਇਹ ਜ਼ਰੂਰੀ ਹੋਵੇ ਕਿ ਉਹਨੇ ਜਿਹੜਾ ਇਹ ਹੈ ਇਸੇ MSP ਨੂੰ ਫੋਲੋ ਕਰਨਾ। ਔਰ ਇੱਥੇ MSP ਦੀ ਵੀ ਗੱਲ ਨਹੀਂ, ਹੋਰ ਵੀ ਗੱਲਾਂ ਧਿਆਨ 'ਚ ਰੱਖਣੀਆਂ ਬਣਦੀਆਂ ਨੇ। ਇਹ ਗੱਲਾਂ ਨੂੰ ਸਰਕਾਰਾਂ ਜਾਂ ਮੀਡੀਆ ਲੁਕਾ ਲੈਂਦਾ, ਪਰ ਉਜਾਗਰ ਹੋਣੀਆਂ ਚਾਹੀਦੀਆਂ ਨੇ। ਪੰਜਾਬ, ਹਰਿਆਣਾ,
ਤੇ ਪੱਛਮੀ ਉੱਤਰ ਪ੍ਰਦੇਸ਼, ਜੀ ਇਹਨਾਂ ਦੀ ਕਣਕ ਵਿੱਚ ਲਗਭਗ ਔਸਤਨ 11% ਪ੍ਰੋਟੀਨ ਹੁੰਦਾ ਹੈ ਜੀ। ਔਰ ਬਾਕੀ ਦੇ ਭਾਰਤ ਦੀ ਕਣਕ ਵਿੱਚ ਲਗਭਗ 7% ਪ੍ਰੋਟੀਨ ਹੁੰਦਾ ਹੈ। ਹੁਣ ਜੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦਾ ਕਿਸਾਨ ਤੁਹਾਨੂੰ 4% ਵੱਧ ਪ੍ਰੋਟੀਨ ਵਾਲੀ ਕਣਕ ਪੈਦਾ ਕਰਕੇ ਦੇ ਰਿਹਾ ਹੈ ਤਾਂ ਉਹਨੂੰ 4% ਵੱਧ ਭਾਅ ਵੀ ਮਿਲਣਾ ਚਾਹੀਦਾ ਨਾ। ਅਕਸਰ ਨੂੰ ਜੇ ਪ੍ਰੋਡਿਊਸ ਕਰਦਾ ਉਹਦੇ ਕੁਝ ਕਾਰਨ ਨੇ, ਉਹਦੇ ਕੋਲੇ ਉਹਦਾ ਕਲਾਈਮੇਟ ਜਾਂ ਉਹਦਾ ਆਲਾ ਦੁਆਲਾ ਜਾਂ ਉਹਦਾ ਪ੍ਰਬੰਧ ਜਾਂ ਉਹਦੀ ਭੂਮੀ ਉਹਨੂੰ ਕੁਝ ਵਿਸ਼ੇਸ਼ ਦੇ ਰਹੀ ਹੈ, ਤਾਂ ਹੀ ਤੁਹਾਨੂੰ ਉਹ 4% ਵੱਧ ਪ੍ਰੋਟੀਨ ਦੇ ਰਿਹਾ। ਸੋ ਉਹਦੇ ਹਿਸਾਬ ਨਾਲ ਬਾਕੀਆਂ ਦੇ 4% ਹੀ ਨਹੀਂ ਬਲਕਿ ਉਹ 7 ਦਿੰਦੇ ਆ, 11 ਦਿੰਦੇ ਆ, ਲਗਭਗ 40% ਹੋ ਗਿਆ। 35-40% ਦੇ ਵਿੱਚ ਯਾਨੀ 30-40% ਵੱਧ ਪ੍ਰੋਟੀਨ ਦੇ ਰਿਹਾ। ਸੋ ਇਹ ਗੱਲਾਂ ਨੂੰ ਵਿਚਾਰ ਕਰਕੇ ਤੁਸੀਂ ਮਤਲਬ ਕਿ ਉਹਨਾਂ ਨੂੰ ਉਹਦਾ ਜਿਹੜਾ ਭਾਅ ਦੇਣਾ ਉਸ ਹਿਸਾਬ ਨਾਲ ਦਿਓ, ਤਾਂ ਕਿ ਉਹ ਕਿਸਾਨ ਨੂੰ ਪਤਾ ਲੱਗੇ ਵੀ ਕਿ ਮੇਰੇ ਹੱਕਾਂ ਦੀ ਗੱਲ ਜਿਹੜੀ ਹੋ ਰਹੀ ਹੈ। ਸੋ ਪਹਿਲੀ ਤਾਂ ਗੱਲ ਹੈ ਕਿ MSP ਦਾ ਇਹ ਸਾਰਾ ਪ੍ਰਬੰਧ ਬੜਾ ਵਧੀਆ ਹੋਣਾ ਚਾਹੀਦਾ। ਔਰ ਦੂਸਰੀ ਗੱਲ ਹੈ ਕਿ ਜਦੋਂ MSP ਨੀਅਤ ਹੁੰਦੀ ਹੈ, MSP ਤਾਂ ਹੁਣ ਵੀ ਹੈਗੀ ਹੈ ਪਰ ਕਿਸਾਨ ਨੂੰ ਮਿਲਦੀ ਥੋੜਾ ਨਹੀਂ ਮਿਲਦੀ ਹੈ ਨਾ, ਉਹ ਅਨਾਉਂਸ ਹੋ ਜਾਂਦੀ ਹੈ। ਉਹਦੇ ਵਾਸਤੇ ਵੀ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਕਿ ਵਪਾਰੀਆਂ ਦੇ ਲਈ ਜਾਂ ਸਰਕਾਰ ਖਰੀਦ ਕਰਦੀ ਹੈ, ਜਿਹੜਾ ਵੀ ਬੰਦਾ ਖਰੀਦ ਕਰਦਾ ਹੈ ਉਹ ਉਸੇ ਨੂੰ ਸਟਿਕ ਕੀਤਾ ਜਾਵੇ। ਉਦੋਂ ਘੱਟ ਮੁੱਲ ਦੇਣ ਵਾਲੇ ਵਪਾਰੀ ਉੱਤੇ ਜਾਂ ਖਰੀਦਦਾਰ ਉੱਤੇ ਬੜੇ ਇਹੋ ਜਿਹੇ ਮਤਲਬ ਕਿ ਕਾਨੂੰਨ ਬਣ ਜਾਵੇ ਕਿ ਉਹਦੀ ਹਿੰਮਤ ਨਾ ਪਵੇ ਕਿਸਾਨ ਦੇ ਨਾਲ ਧੋਖਾ ਕਰਨ ਦੀ। ਔਰ ਜਿਹੜੀ ਕੀਮਤ ਹੈਗੀ ਆ ਉਹਦੇ ਲਈ ਵੀ ਨੀਅਤ ਹੋਣਾ ਚਾਹੀਦਾ ਕਿ ਕਿਸਾਨ ਲੇਲੜੀਆਂ ਨਾ ਕੱਢਦਾ ਫਿਰ ਮੰਡੀ ਵਿੱਚ ਜਾ ਕੇ, ਉਹਦੀ ਖਰੀਦ ਹੋਣ ਤੋਂ 15 ਦਿਨਾਂ ਦੇ ਵਿੱਚ ਉਹਦੀ ਸਾਰੀ ਕੀਮਤ ਕਿਸਾਨ ਦੇ ਖਾਤੇ ਵਿੱਚ ਆਪਣੇ ਆਪ ਆਉਣੀ ਚਾਹੀਦੀ ਹੈ। ਕਿਸਾਨ ਮੰਡੀ ਵਿੱਚ ਬੈਠਾ ਰਵੇ, ਉਡੀਕਦਾ ਰਵੇ, ਉਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਔਰ ਇਹਦੇ ਵਿੱਚ ਇਹ ਵੀ ਕਾਨੂੰਨ ਬਣਨਾ ਚਾਹੀਦਾ ਵੀ ਜੇ ਕਿਤੇ ਖਰੀਦਦਾਰ ਨਾਲ, ਵਪਾਰੀ ਨਾਲ ਕਿਸਾਨ ਦਾ ਝਗੜਾ ਹੋ ਜਾਵੇ ਤਾਂ ਜਿਹੜੇ ਕਿਸਾਨ, ਛੋਟੇ ਕਿਸਾਨ ਨੇ, ਕੋਈ ਹੱਦ ਨੀਤ ਕੀਤੀ ਜਾ ਸਕਦੀ ਹੈ ਵੀ ਮੰਨ ਲਓ ਉਹਨਾਂ ਦੀ ਪੈਲੀ 5 ਕਿੱਲਿਆਂ ਤੋਂ ਘੱਟ ਹੈ ਤਾਂ ਉਹਨਾਂ ਦਾ ਮੁਕੱਦਮਾ ਸਰਕਾਰ ਨੂੰ ਲੜਨਾ ਚਾਹੀਦਾ। ਔਰ ਮੁਕੱਦਮੇ ਦੇ ਹੋਏ ਸਾਰਾ ਖਰਚਾ ਔਰ ਕਾਨੂੰਨੀ ਸਲਾਹ ਦੇਣ ਦੀ ਜ਼ਿੰਮੇਵਾਰੀ ਕਿਸਾਨ ਦੀ ਹੋਣੀ ਚਾਹੀਦੀ ਹੈ, ਤਾਂ ਕਿ ਕਿਉਂਕਿ ਵੱਡੀਆਂ ਕੰਪਨੀਆਂ ਨਾਲ ਤਾਂ ਬਰਾਬਰ ਦੇ ਪਲੇਅਰ ਤਾਂ ਹੈ ਹੀ ਨਹੀਂ। ਹੁਣ 1 ਕਰੋੜਪਤੀ ਘਰਾਣਾ ਤੇ ਉਹਦੇ ਨਾਲ 5 ਕਿੱਲਿਆਂ ਦਾ ਕਿਸਾਨ ਅਦਾਲਤ ਵਿੱਚ ਜਾ ਕੇ ਕਿਵੇਂ ਲੜ ਦੂਗਾ। ਤੇ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਛੋਟੇ ਕਿਸਾਨ ਦਾ ਜੇ ਕਿਤੇ ਕਿਸੇ ਖਰੀਦਦਾਰ ਨਾਲ, ਵਪਾਰੀ ਨਾਲ ਕੋਈ ਝਗੜਾ ਹੋ ਜਾਂਦਾ ਤਾਂ ਉਹਦੀ ਅਦਾਲਤ ਦੇ ਵਿੱਚ ਉਹਦੀ ਜਿਹੜਾ ਪੱਖ ਹੈਗਾ ਉਹਨੂੰ ਲੜਨ ਦੀ ਜ਼ਿੰਮੇਵਾਰੀ, ਉਹਦਾ ਖਰਚਾ ਕਿਸਾਨ ਦਾ ਉਹ ਸਰਕਾਰ ਨੂੰ ਕਰਨਾ ਚਾਹੀਦਾ। ਸੋ ਇਹ ਦੂਜਾ ਕਾਨੂੰਨ ਹੈ ਜਿਹੜਾ ਸਾਡਾ ਪਾਸ ਹੋਣਾ ਬਹੁਤ ਜ਼ਰੂਰੀ ਹੈ। ਤੀਸਰੀ ਗੱਲ ਹੈ ਜੀ ਇੰਪੋਰਟੈਂਟ ਬਹੁਤ, ਕੰਟਰੈਕਟ ਫਾਰਮਿੰਗ ਦੀ ਗੱਲ ਹੁੰਦੀ ਹੈ, ਇਕਰਾਰਨਾਮੇ ਦੀ, ਹੈ ਨਾ, ਵੀ ਉਹ ਇਹਨਾਂ ਕਾਨੂੰਨਾਂ ਵਿੱਚ ਕਿਹਾ ਗਿਆ ਵੀ ਕੰਟਰੈਕਟ ਫਾਰਮਿੰਗ ਤੁਹਾਨੂੰ ਬਹੁਤ ਸਬਜ਼ਬਾਜ਼ ਦਿਖਾਏ ਨੇ ਕਿ ਬਹੁਤ ਪ੍ਰੋਫਿਟ ਹੋ ਜਾਊਗਾ, ਇਸ ਤਰ੍ਹਾਂ ਹੋ ਜਾਊਗਾ। ਦੇਖੋ ਇਹਦੇ ਵਿੱਚ ਗੱਲ ਬੜੀ ਸਪਸ਼ਟ ਹੈ ਕਿ ਕੰਟਰੈਕਟ ਫਾਰਮਿੰਗ ਦਾ ਫਾਇਦਾ ਹੋ ਸਕਦਾ ਹੈ ਜੀ। ਉਦਾਹਰਨ ਦੇ ਤੌਰ ਤੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਸਾਬਕਾ ਪ੍ਰੋਫੈਸਰ ਨੇ, ਵਿਗਿਆਨੀ ਡਾਕਟਰ ਅੱਲਾ ਰੰਗ, ਫੁੱਲਾਂ ਦੀ ਖੇਤੀ ਕਰਦੇ ਆ। ਉਹਨਾਂ ਨੇ ਬਹੁਤ ਸਾਰੇ ਕੰਟਰੈਕਟ ਫਾਰਮਿੰਗ ਵਿੱਚ ਕਿਸਾਨਾਂ ਦਾ ਆਰਥਿਕ ਲਾਭ ਉਹਨਾਂ ਨੂੰ ਦਿੱਤਾ ਹੈ। ਉਹਨਾਂ ਦੀ ਫੁੱਲਾਂ ਦੀ ਕਾਸ਼ਤ ਕਰਾ ਕੇ ਵਧੀਆ ਵਪਾਰ ਦੇ ਕੇ ਉਹਨਾਂ ਨੂੰ ਮਤਲਬ ਕਿ ਸਪੋਰਟ ਦਿੱਤੀ ਹੈ। ਪਰ ਇਹ ਹੈ ਵੀ ਉਹ ਇੱਕ ਇਮਾਨਦਾਰ ਵਪਾਰੀ ਬਣ ਕੇ ਉਹ ਕੰਮ ਕਰ ਰਹੇ ਨੇ। ਪਰ ਜਿਹੜੇ ਘਰਾਣਿਆਂ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਇਮਾਨਦਾਰੀ ਤਾਂ ਸਾਰੀ ਦੁਨੀਆ ਅੱਗੇ ਜੱਗ ਜਾ ਰਿਹਾ। ਸੋ ਵੀ ਕੰਟਰੈਕਟ ਫਾਰਮਿੰਗ ਦੇ ਉੱਤੇ ਇੱਕ ਬਕਾਇਦਾ ਕਾਨੂੰਨ ਹੋਣਾ ਚਾਹੀਦਾ, ਪਰ ਉਹ ਕਾਨੂੰਨ ਇਸ ਤਰ੍ਹਾਂ ਕੰਮ ਕਰੇ ਵੀ ਇਹ ਫਾਰਮਰ ਦੀ ਮਰਜ਼ੀ ਹੈ, ਫਾਰਮਰ ਨੂੰ ਖੁੱਲ੍ਹ ਹੈ ਵੀ ਉਹ ਕੰਟਰੈਕਟ ਫਾਰਮਿੰਗ ਕਰੇ ਜਾਂ ਨਾ ਕਰੇ, ਉਹਦੀ ਮਰਜ਼ੀ ਹੈ। ਜੇ ਕਰਨਾ ਚਾਹੁੰਦਾ ਹੈ ਉਹਦਾ ਬਕਾਇਦਾ ਲੀਗਲ ਇਕਰਾਰਨਾਮਾ ਹੋਵੇ ਔਰ ਇਕਰਾਰਨਾਮੇ ਉੱਤੇ ਪੂਰਾ ਉਤਰਨ ਲਈ ਵਪਾਰੀ ਨੂੰ ਪਹਿਲਾਂ ਨੀਅਤ ਕਰੇ ਕਿ ਮੈਂ ਭਾਈ ਤੈਨੂੰ ਇੰਨਾ ਮੁੱਲ ਦਊਂਗਾ ਤੇ ਬਾਅਦ ਵਿੱਚ ਉਹਨਾਂ ਮੁੱਲ ਦੇਣ ਦੀ ਜ਼ਿੰਮੇਵਾਰੀ ਵਪਾਰੀ ਦੀ ਹੋਵੇ। ਪਹਿਲਾਂ ਭਾਵੇਂ ਸੋਚ ਕੇ ਮੁੱਲ ਨੀਅਤ ਕਰ ਲਵੇ ਜਿਵੇਂ ਕਰਨਾ ਹੈ। ਕਿਸਾਨ ਦੀ ਫਸਲ ਦਾ ਬੀਮਾ ਵਪਾਰੀ ਕਰਾਵੇ, ਉਹ ਬੀਮੇ ਦੀ ਰਕਮ ਵੀ ਭਾਵੇਂ ਉਹਦੇ ਨਾਲ ਇਕਰਾਰਨਾਮੇ 'ਚ ਤੀਤ ਕਰ ਲਵੇ ਮੈਂ ਤੈਨੂੰ ਆਹ ਪਾ ਦੂੰਗਾ ਕਿਉਂਕਿ ਮੈਂ ਤੇਰਾ ਬੀਮਾ ਵੀ ਦੇਣਾ, ਤੈਨੂੰ ਹਰ ਹਾਲ 'ਚ ਮਿਲਣਾ। ਪਰ ਜਦੋਂ ਫਸਲ ਤਿਆਰ ਹੋ ਜਾਂਦੀ ਹੈ ਤਾਂ ਉਸ ਵਪਾਰੀ ਦਾ ਫਰਜ਼ ਬਣੇ ਕਿ ਜੋ ਇਕਰਾਰਨਾਮੇ ਤੇ ਲਿਖਿਆ ਉਹਨੇ ਪੈਸੇ ਦੇ ਕੇ ਉਹ ਫਸਲ ਮਾੜੀ ਹੋਵੇ ਚੰਗੀ ਹੋਵੇ ਉਹਨੂੰ ਚੱਕੇ ਹੋ। ਸੋ ਇਦਾਂ ਦਾ ਇਕਰਾਰਨਾਮਾ ਜੇ ਇਹੋ ਜਿਹੀ ਕੰਟਰੈਕਟ ਫਾਰਮਿੰਗ ਨੂੰ ਅਸੀਂ ਪ੍ਰਮੋਟ ਕਰੀਏ ਤਾਂ ਕੰਟਰੈਕਟ ਫਾਰਮਿੰਗ ਜਿਹੜੀ ਹੈਗੀ ਹੈ ਉਹ ਲਾਹੇਵੰਦ ਹੋ ਸਕਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕੋਈ ਵੀ ਇਹੋ ਜਿਹਾ ਵਪਾਰੀ ਕੰਟਰੈਕਟ ਫਾਰਮਿੰਗ ਦੇ ਨਾਂ ਤੇ ਆ ਕੇ ਕੱਲ ਨੂੰ ਦਗਾ ਕਰਕੇ ਕਿਸਾਨ ਦੀ ਪੈਲੀ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਜਾਂ ਇਸੇ ਗੱਲ ਦਾ ਡਰ ਹੈ ਕਿਸਾਨਾਂ ਨੂੰ, ਸਭ ਤੋਂ ਇਸੇ ਗੱਲ ਦਾ ਡਰ ਹੈ। ਉਹ ਡਰ ਹੈਗਾ, ਇਹ ਵਾਜਬ, ਜਾਇਜ਼ ਵੀ ਹੈ, ਬਿਲਕੁਲ ਵਾਜਬ ਡਰ ਹੈ ਜੀ। ਬਿਲਕੁਲ ਇਹੋ ਜਿਹੀਆਂ ਘਟਨਾਵਾਂ ਸਾਡੇ ਦੂਜੇ ਸੂਬਿਆਂ 'ਚ ਵਰਤਦੀਆਂ ਨੇ। ਉਹ ਡਰਦੇ ਨੇ ਤੇ ਉਹਦੀ ਪੈਲੀ ਤੇ ਕਾਬਜ਼ ਨਾ ਹੋ ਸਕੇ, ਉਦੋਂ ਆਪਣੀ ਮਰਜ਼ੀ ਦੀ ਫਸਲ ਦੀ ਕਾਸ਼ਤ ਕਰਨ ਲਈ ਉਹਨੂੰ ਮਜਬੂਰ ਨਾ ਕਰ ਸਕੇ। ਕਿਸਾਨ ਦਾ ਫਰੀडम ਪੂਰਾ ਹੋਵੇ ਪਰ ਕਿਸਾਨ ਦੀ ਮਰਜ਼ੀ ਨਾਲ ਇਹਦੀ ਪ੍ਰੋਵੀਜ਼ਨ ਰੱਖ ਲੈਣੀ ਚਾਹੀਦੀ ਹੈ ਵੀ ਕੰਟਰੈਕਟ ਫਾਰਮਿੰਗ ਹੋ ਜਾਵੇ, ਇਮਾਨਦਾਰ ਵਪਾਰੀ ਇਹਦੇ ਵਿੱਚ ਆ ਜਾਣ ਡਾਕਟਰ ਅੱਲਾ ਰੰਗ ਵਰਗੇ, ਤਾਂ ਕਿਸਾਨਾਂ ਦਾ ਬੜਾ ਇਹਦੇ 'ਚ ਲਾਭ ਹੋ ਸਕਦਾ। ਸੋ ਤਿੰਨ ਕਾਨੂੰਨ ਮੈਂ ਇਹ ਬੇਨਤੀ ਕੀਤੀ ਹੈ ਹੋਣੇ ਜ਼ਰੂਰੀ ਨੇ।
ਨੇ। ਔਰ ਚੌਥੀ ਗੱਲ, ਇਹਦੇ ਉੱਤੇ ਵੀ ਬਕਾਇਦਾ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ। ਸਬਸਿਡੀਆਂ ਦਾ ਲਾਲਚ ਦੇ ਕੇ ਸਿਆਸੀ ਪਾਰਟੀ ਕੋਈ ਵੀ ਹੋਵੇ, ਸਾਡੇ ਕਿਸਾਨਾਂ ਨੂੰ ਮਿੱਠਾ ਜ਼ਹਿਰ ਦੇ ਦੇ ਕੇ ਵੋਟਾਂ ਲਈਆਂ ਇਹਨਾਂ ਨੇ ਸਬਸਿਡੀਆਂ ਦੇ ਨਾਂ ਉੱਤੇ। ਪਰ ਸਬਸਿਡੀਆਂ ਇੱਕ ਇਹੋ ਜਿਹਾ ਮਿੱਠਾ ਜ਼ਹਿਰ ਨੇ, ਇਹ ਸਾਡੇ ਸਮੁੱਚੀ ਸਭਿਅਤਾ ਵਾਸਤੇ ਨਾ ਇੱਕ ਬਹੁਤ ਵਿਨਾਸ਼ਕਾਰੀ ਸਿੱਧ ਹੋ ਰਹੇ ਨੇ। ਕੋਈ ਵੀ ਡਿਵੈਲਪਡ ਨੇਸ਼ਨ ਪਾਣੀ ਦੇ ਉੱਤੇ, ਬਿਜਲੀ ਦੇ ਉੱਤੇ, ਖਾਦਾਂ ਦੇ ਉੱਤੇ ਸਬਸਿਡੀ ਨਹੀਂ ਦਿੰਦੀ, ਪਰ ਸਾਡੀਆਂ ਸਰਕਾਰਾਂ ਨੇ ਬਿਜਲੀ ਮੁਫਤ, ਪਾਣੀ ਮੁਫਤ, ਖਾਦਾਂ ਸਸਤੀਆਂ। ਇਹਦੇ ਨਾਲ ਅਸੀਂ ਆਪਣੇ ਕੁਦਰਤੀ ਸੋਮਿਆਂ ਦਾ ਬਹੁਤ ਵੱਡਾ ਘਾਣ ਕੀਤਾ। ਕਿਸਾਨਾਂ ਨੂੰ ਮੇਰੀ ਗੱਲ ਭਾਵੇਂ ਓਪਰੀ ਲੱਗੇ, ਪਰ ਮੈਂ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਿਹਾ ਵੀ ਬਿਜਲੀ ਦੇ ਪੈਸੇ ਕਿਸਾਨ ਤੋਂ ਪੂਰੇ ਲੈਣੇ ਚਾਹੀਦੇ ਆ, ਪਾਣੀ ਦੇ ਪੈਸੇ ਪੂਰੇ ਲੈਣੇ ਚਾਹੀਦੇ ਆ, ਖਾਦਾਂ ਦੇ ਪੈਸੇ ਪੂਰੇ ਲੈਣੇ ਚਾਹੀਦੇ। ਯੂਰੀਆ ਦੀ ਬੋਰੀ ਕਿਸਾਨ 265 ਦੀ ਚੱਕਦਾ ਹੈ, ਉਹਦਾ ਮੁੱਲ ਲਗਭਗ 1100 ਰੁਪਏ ਹੈ, ਉਹ ਤੋਂ 1100 ਲੈਣੇ ਚਾਹੀਦੇ, 265 ਨਹੀਂ ਲੈਣੇ ਚਾਹੀਦੇ। ਪਰ ਕਿਸਾਨ ਨੂੰ ਫਸਲ ਦਾ ਮੁੱਲ ਜਿੰਨਾ ਹੁਣ ਮਿਲਦਾ ਉਹ ਤੋਂ ਇੰਨਾ ਵਧਾ ਕੇ ਦੇ ਦੇਣਾ ਚਾਹੀਦਾ ਹੈ ਕਿ ਉਹਦਾ ਪੂਰਾ ਖਰਚਾ ਨਿਕਲੇ ਔਰ ਉਹਦਾ ਪੂਰਾ ਮੁਨਾਫਾ, ਜਿੰਨਾ ਡਾਕਟਰ ਸਵਾਮੀਨਾਥਨ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ, ਉਹਨਾਂ ਮੁਨਾਫਾ ਕਿਸਾਨਾਂ ਦਾ ਯਕੀਨੀ ਹੋਵੇ, ਪਰ ਉਹਦੀ ਉਪਜ ਦਾ ਮੁੱਲ ਇੰਨਾ ਵਧਾ ਕੇ ਦੇਣਾ ਚਾਹੀਦਾ। ਔਰ ਜਿਹੜਾ ਪੈਸਾ ਸਰਕਾਰ ਕੰਪਨੀਆਂ ਨੂੰ, ਖਾਦਾਂ ਦੀਆਂ ਕੰਪਨੀਆਂ ਨੂੰ ਸਬਸਿਡੀ ਦੇ ਰੂਪ ਵਿੱਚ ਦਿੰਦੀਆਂ ਨੇ, ਉਹ ਪੈਸਾ ਕਿਸਾਨ ਨੂੰ ਉਹਦੀ ਉਪਜ ਦੇ ਮੁੱਲ ਦੇ ਰੂਪ ਵਿੱਚ ਜਾਣਾ ਚਾਹੀਦਾ, ਤਾਂ ਕਿ ਕਿਸਾਨ ਬਿਜਲੀ ਖਰੀਦੇ, ਜੋ ਖਰੀਦੂਗਾ ਹਿਸਾਬ ਨਾਲ ਵਰਤੂਗਾ, ਪਾਣੀ ਖਰੀਦੂਗਾ ਹਿਸਾਬ ਨਾਲ ਵਰਤੂਗਾ। ਡਾਕਟਰ ਸਾਹਿਬ ਕਿਸਾਨ ਆਬਜੈਕਸ਼ਨ ਹੋ ਸਕਦਾ, ਆਬਜੈਕਸ਼ਨ ਨਹੀਂ ਬਿਲਕੁਲ ਆਬਜੈਕਸ਼ਨ ਇਹ ਕਹਿ ਸਕਦੇ ਨੇ ਕਿ ਕੁਝ ਤਾਂ ਸਰਕਾਰਾਂ ਕਰ ਰਹੀਆਂ ਨੇ ਨਾ, ਤੇ ਤੁਸੀਂ ਉਹਦੇ ਤੋਂ ਵੀ ਨਹੀਂ ਮੇਰੀ ਹਜੇ ਗੱਲ ਪੂਰੀ ਨਹੀਂ ਹੋਈ। ਦੇਖੋ, ਜੇ ਇਹ ਸਿਆਸੀ ਰੰਗਤ ਦੇ ਕੇ ਕਿਸਾਨਾਂ ਨੂੰ ਲੋਕ ਗੁੰਮਰਾਹ ਕਰ ਸਕਦੇ ਨੇ, ਪਰ ਇਹ ਗੱਲ ਬੜੀ ਮੈਂ ਸਪਸ਼ਟ ਆਪਣੇ ਆਰਟੀਕਲ ਵਿੱਚ ਵੀ ਕਰ ਦਿੱਤੀ ਹੈ ਕਿ ਖਾਦ ਖਰੀਦਣ ਲਈ, ਬਿਜਲੀ ਖਰੀਦਣ ਲਈ ਔਰ ਪਾਣੀ ਖਰੀਦਣ ਲਈ ਕਿਸਾਨ ਨੂੰ ਸਰਕਾਰ ਉਧਾਰ ਪੈਸਾ ਦੇਵੇ, ਉਹ ਤੇ ਵਿਆਜ ਕੋਈ ਨਾ ਲਵੇ, ਸਰਕਾਰ ਨੂੰ ਪੱਲਿਓਂ ਨਾ ਖਰਚਣਾ ਪਵੇ। ਜਦ ਫਸਲ ਮੰਡੀ ਵਿੱਚ ਚਲੀ, ਉਹ ਤੋਂ ਕੱਟ ਲਵੇ। ਜੀ ਹੁਣ ਜੇ ਉਹਨੂੰ ਮਿਲਦਾ 2000 ਰੁਪਇਆ, ਫਿਰ ਮਿਲੇ 7000 ਰੁਪਇਆ, ਤੇ ਉਹਨੂੰ ਕੀ ਦੁੱਖ ਦਾ ਬੋਰੀ ਹੈ ਨਾ। ਮਤਲਬ ਕਿ ਇਹ ਪਾਲਿਸੀ ਸਾਡੇ ਕਿਸਾਨ ਦੀ ਮਾਨਸਿਕਤਾ ਨੂੰ ਸਾਡੇ ਸਿਆਸੀ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਗਮਰਾਹ ਕੀਤਾ ਹੈ, ਔਰ ਸਬਸਿਡੀਆਂ ਦੇ ਚੱਕਰ 'ਚ ਪਾ ਕੇ ਕਿਸਾਨਾਂ ਤੋਂ ਵੋਟਾਂ ਲਈਆਂ ਨੇ। ਹੁਣ ਕਿਸਾਨ ਜਾਗ ਚੁੱਕਿਆ, ਤੇ ਕਿਸਾਨ ਆਗੂਆਂ ਨੂੰ, ਕਿਸਾਨਾਂ ਨੂੰ ਇਹ ਗੱਲ ਸਮਝਾ ਦੇਣੀ ਚਾਹੀਦੀ ਹੈ। ਕਿਸਾਨ ਆਪ ਹੀ ਬਹੁਤ ਸਿਆਣੇ ਨੇ ਕਿ ਸਾਨੂੰ ਸਬਸਿਡੀਆਂ ਦੇ ਕੇ ਜ਼ਹਿਰ ਨਾ ਦਿਓ, ਸਾਡੇ ਕੋਲੋਂ ਬੋਰੀ ਦੇ ਪੂਰੇ ਪੈਸੇ ਲਵੋ, ਪਰ ਸਾਡਾ ਮੁੱਲ ਵੀ ਜੇ 1888 ਦਿੰਦੇ ਹੋ, ਮੁੱਲ ਦਿਓ ਸਾਨੂੰ 7888 ਰੁਪਏ, ਅਸੀਂ ਤੁਹਾਨੂੰ 1100 ਦੀ ਬੋਰੀ ਲੈਣ ਨੂੰ ਤਿਆਰ ਹਾਂ। ਮਤਲਬ ਕਿ ਉਹ ਸਾਰਾ ਕੁਝ ਵਿੱਚ ਇਨਕਾਰਪੋਰੇਟ ਹੋਵੇ, ਕਿਸਾਨ ਦਾ ਪੂਰਾ ਮੁਨਾਫਾ ਤੈਅ ਹੋਵੇ, ਕਿਸਾਨ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਵੇ। ਉਹਨੇ ਜੇ ਖਾਦ ਮੁੱਲ ਲੈਣੀ ਆ, ਪਾਣੀ ਮੁੱਲ ਲੈਣੀ, ਮੈਂ ਫਿਰ ਕਹਾਂ ਸਰਕਾਰ ਉਹਨੂੰ ਬਿਨਾਂ ਵਿਆਜ ਉਹਨੂੰ ਸਹਿਯੋਗ ਕਰੇ, ਉਹਦਾ ਖਾਤਾ ਲਿਖ ਲਵੇ। ਜਦੋਂ ਮੰਡੀ 'ਚ ਕਿਸਾਨ ਲੈ ਕੇ ਜਾਵੇਗਾ, ਉਹ ਖਾਦ ਦੇ ਪੈਸੇ ਕੱਟ ਲਵੇ, ਪਾਣੀ ਦੇ ਪੈਸੇ ਕੱਟ ਲਵੇ, ਬਿਜਲੀ ਦੇ ਪੈਸੇ ਕੱਟ ਲਵੇ, ਪਰ ਉਹ ਪੈਸੇ ਕਿਸਾਨ ਕੋਲੋਂ ਕੱਟੇ ਜਾਣ। ਇਹਦੇ ਨਾਲ ਬਹੁਤ ਵੱਡਾ ਕੰਮ ਕੀ ਹੋ ਜਾਣਾ ਹੈ, ਜਦੋਂ ਬੇਲੋੜੀ ਖਾਦ, ਬੇਲੋੜਾ ਪਾਣੀ, ਬੇਲੋੜੀ ਬਿਜਲੀ ਵਰਤੀ ਜਾਂਦੀ ਹੈ, ਸਾਡੇ ਨੈਸ਼ਨਲ ਜਿਹੜੇ ਨੇਚਰਲ ਰਿਸੋਰਸ ਐਕਸਪਲੋਇਟ ਹੋ ਰਹੇ ਨੇ, ਉਹ ਬਿਨਾਂ ਕੋਈ ਪ੍ਰਚਾਰ ਕੀਤਿਆਂ, ਬਿਨਾਂ ਕੋਈ ਐਜੂਕੇਸ਼ਨ ਤੇ ਆਪਣੇ ਆਪ ਕੰਟਰੋਲ 'ਚ ਆ ਜਾਣੇ ਆ। ਹਰ ਬੰਦੇ ਨੇ ਸੰਜਮ ਨਾਲ ਚੀਜ਼ ਵਰਤਣੀ, ਉਹਨੂੰ ਪਤਾ ਵੀ ਜੇ ਮੈਂ ਘੱਟ ਖਾਦ ਪਾ ਕੇ ਪੂਰਾ ਝਾੜ ਲੈ ਸਕਦਾ, ਮੈਂ ਕਿਉਂ ਵੱਧ ਪੈਸੇ ਲਾਵਾਂ, ਮੈਨੂੰ ਤਾਂ ਪੂਰੇ ਪੈਸੇ 7888 ਜਿਵੇਂ ਉਹ ਤਾਂ ਜਿੰਨਾ ਭਾਅ ਬਣੂਗਾ, ਮੈਂ ਉਦਾਹਰਨ ਦੇ ਤੌਰ ਉਹ ਮਿਲ ਹੀ ਜਾਣਾ। ਤੇ ਫਿਰ ਜੇ ਮੇਰਾ ਖਰਚਾ ਮੈਂ ਘਟਾ ਲਵਾਂ, ਉਹ ਆਪਣੇ ਆਪ ਆਏ ਘਟਣਾ। ਇਹ ਹੁਣ ਖੇਤੀ ਵਿਗਿਆਨੀ ਜਾ ਕੇ ਕੈਂਪ ਲਾਉਂਦੇ ਆ, ਸਮਝਾਉਂਦੇ ਆ, ਉਹ ਪਾਲਿਸੀਜ਼ ਹੀ ਨਹੀਂ ਹੈਗੀਆਂ ਤਾਂ ਵਿਗਿਆਨੀ ਕੀ ਕਰਨਗੇ। ਸੋ ਇਸ ਕਰਕੇ ਇਹ ਬੜੀ ਚੌਥਾ ਮੇਰਾ ਪੁਆਇੰਟ ਮੈਂ ਰੱਖਿਆ ਵੀ ਸਬਸਿਡੀਆਂ ਮਿੱਠਾ ਜ਼ਹਿਰ ਨੇ, ਇਹ ਤੋਂ ਬਚਾ ਕੇ ਕਿਸਾਨ ਨੂੰ ਸਹੀ ਰਾਹ ਤੇ ਤੋਰਨ ਦੇ ਲਈ ਸਰਕਾਰਾਂ ਨੂੰ ਇਹੋ ਜਿਹੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ, ਔਰ ਕਿਸਾਨਾਂ ਨੂੰ ਇਸ ਗੱਲ ਦੀ ਡੂੰਘਾਈ ਨੂੰ ਨਾਪ ਕੇ ਮੈਂ ਜਿਹੜੀ ਗੱਲ ਕਹਿ ਰਿਹਾ, ਇਸ ਨੂੰ ਸਹਿਜ ਨਾਲ ਵਿਚਾਰ ਲੈਣ। ਇਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਭਲਾ ਹੈ, ਸਮਾਜ ਦਾ ਭਲਾ ਹੈ, ਔਰ ਸਰਕਾਰ ਦਾ ਵੀ ਭਲਾ ਹੈ। ਸੋ ਪੰਜਵੀਂ ਗੱਲ ਮੈਂ ਕੀਤੀ ਹੈ ਫਸਲੀ ਵੰਨ-ਸੁਵੰਨਤਾ ਦੀ, ਆਪਾਂ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਵੀ ਰਾਈਸ ਵੀਟ ਵਿੱਚ ਤੁਰੇ ਫਿਰਦੇ ਆ, ਇਹਨੂੰ ਬਦਲੋ, ਐਂ ਕਰੋ, ਉਹ ਕਰੋ। ਇਹਦੇ ਲਈ ਦੇਖੋ, ਖੇਤੀਬਾੜੀ ਯੂਨੀਵਰਸਿਟੀ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਪਿਛਲੇ 3 ਦਹਾਕਿਆਂ ਤੋਂ ਮੈਂ ਇਹ ਸੁਣਦਾ ਆ ਰਿਹਾ, ਸਾਡੇ ਵਿਗਿਆਨੀ ਸਲਾਹ ਦਿੰਦੇ ਨੇ ਕਿ ਕਰ ਲਓ, ਪਰ ਕਿਉਂ ਨਹੀਂ ਹੋ ਰਹੀ। ਦੇਖੋ, ਮੁੱਲ ਹੀ ਨਹੀਂ ਹੈ ਕਣਕ ਝੋਨੇ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ। ਇਹ ਓਵਰਨਾਈਟ ਹੋ ਜਾਣੀ ਹੈ। ਕਿਸਾਨ ਨੇ ਉਦੋਂ ਹੀ ਮਨ ਆਪਣਾ ਚੇਂਜ ਕਰ ਲੈਣਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਮੂੰਗੀ ਦੇ ਉੱਤੇ, ਕਪਾਹ ਦੇ ਉੱਤੇ, ਸੋਇਆਬੀਨ ਦੇ ਉੱਤੇ, ਹੋਰ ਸਾਰੀਆਂ ਫਸਲਾਂ ਦੇ ਉੱਤੇ, ਮੂੰਗਫਲੀ ਦੇ ਉੱਤੇ, ਸਨਫਲਾਵਰ ਦੇ ਉੱਤੇ ਮੈਨੂੰ ਇਹ ਮਿਲ ਜਾਣਾ ਪੂਰਾ ਭਾਅ, ਤੇ ਉਹ ਕਿਉਂ ਨਹੀਂ ਬੀਜੂਗਾ।
ਮਤਲਬ ਕਿ ਸਰਕਾਰ ਨੂੰ 1 ਮਿੰਟ ਲੱਗਣਾ ਜੇ ਪਾਲਿਸੀਜ਼ ਬਣਾ ਕੇ, ਜਿੱਦਾਂ ਆਪਾਂ ਉੱਪਰ ਗੱਲ ਕਰ ਰਹੇ ਆ ਪਹਿਲੇ ਪੁਆਇੰਟ 'ਚ MSP ਦੀ, ਜੇ ਉਹ ਕਾਨੂੰਨ ਲਾਗੂ ਹੋ ਜਾਂਦਾ, ਹਰ ਫਸਲ ਦੇ ਉੱਤੇ ਸਾਨੂੰ MSP ਅਨਾਉਂਸ ਹੁੰਦਾ ਔਰ ਇੰਸ਼ੋਰ ਹੁੰਦਾ ਕਿ ਮਿਲਣਾ, ਤੇ ਕਿਸਾਨ ਨੇ ਆਪੇ ਜਿਹੜੀ ਫਸਲੀ ਵੰਨ-ਸੁਵੰਨਤਾ ਉਹਨੂੰ ਕਰ ਹੀ ਲੈਣਾ। ਦੂਜਾ ਇੱਥੇ ਇਸੇ ਕਰਕੇ ਆਪਸ਼ਨ ਨਹੀਂ ਹੈ ਨਾ ਕਣਕ ਤੇ ਝੋਨੇ ਤੋਂ ਬਗੈਰ, ਤੇ ਜੇ ਝੋਨਾ ਅਸੀਂ ਲਾਉਂਦੇ ਆ ਤੇ ਪਾਣੀ ਦੀ ਕਿੰਨੀ ਕੁ ਜ਼ਿਆਦਾ ਵੇਸਟੇਜ ਹੁੰਦੀ ਹੈ, ਇਹ ਵੀ ਅਸੀਂ ਜਾਣਦੇ ਹਾਂ। ਦੇਖੋ ਜੀ 1 ਕਿਲੋ ਚੌਲ ਦੇ ਦਾਣੇ ਪੈਦਾ ਕਰਨ ਲਈ 4000 ਲੀਟਰ ਪਾਣੀ ਬਿਲਕੁਲ ਬਿਲਕੁਲ ਹੈ ਨਾ। ਮਤਲਬ ਕਿ ਫਿਰ ਜਦ ਕਿਸਾਨ ਨੂੰ ਪਤਾ ਕੋਈ ਹੋਰ ਚੱਕਿਆ ਹੀ ਜਾਣਾ, ਫਿਰ ਵਿਚਾਰਾ ਉਹਦੇ ਮਗਰ ਤੁਰਿਆ ਜਾਂਦਾ। ਔਰ ਨਾਲੇ ਸਾਡੀਆਂ ਪੰਜਾਬ ਦੀਆਂ ਮਿੱਟੀਆਂ ਝੋਨਾ ਪੈਦਾ ਕਰਨ ਦੇ ਲਈ ਤਾਕਤ ਨਹੀਂ ਰੱਖਦੀਆਂ, ਪਰ ਇਹ ਪੰਜਾਬ ਦੀ ਕੁਰਬਾਨੀ ਹੈ ਜਿਹੜੀ ਸਰਕਾਰੀ ਮੀਡੀਆ ਜਾਂ ਨੈਸ਼ਨਲ ਮੀਡੀਆ ਜਿਹੜਾ ਹੈਗਾ ਉਹਨੂੰ ਹਾਈਲਾਈਟ ਨਹੀਂ ਕਰਦਾ, ਲੋਕਾਂ ਨੂੰ ਦੱਸਦਾ ਨਹੀਂ। ਪੰਜਾਬ ਨੇ ਆਪਣੇ ਪਾਣੀ ਨੂੰ ਬਰਬਾਦ ਕਰਕੇ, ਪੰਜਾਬ ਨੇ ਆਪਣੀ ਮਿੱਟੀ ਦੀ ਐਗਜ਼ੈਕਟਲੀ ਪੰਜਾਬ ਦਾ ਪਾਣੀ, ਪੰਜਾਬ ਦੀ ਮਿੱਟੀ ਦੀ ਕੁਰਬਾਨੀ ਕਰਕੇ ਅਸੀਂ ਦੇਸ਼ ਦਾ ਢਿੱਡ ਭਰਿਆ, ਤੇ ਅੱਜ ਅਸੀਂ ਅੱਤਵਾਦੀ ਹੋ ਗਏ, ਅੱਜ ਅਸੀਂ ਵੱਖਵਾਦੀ ਹੋ ਗਏ। ਮਤਲਬ ਕਿ ਸਾਡੇ ਕੋਲ 2% ਸਾਡਾ ਭੂਗੋਲਿਕ ਰਕਬਾ ਹੈ, ਅਸੀਂ 2% ਜਿਓਗ੍ਰਾਫੀਕਲ ਏਰੀਏ ਦੇ ਵਿੱਚੋਂ ਸਾਰੇ ਦੇਸ਼ ਦਾ ਢਿੱਡ ਭਰਦੇ ਆ ਆਪਣਾ ਮਿੱਟੀ ਪਾਣੀ ਬਰਬਾਦ ਕਰਕੇ, ਤੇ ਅਸੀਂ ਫਿਰ ਟੈਰਰਿਸਟ ਹੋ ਜਾਂਦੇ ਹਾਂ। ਮਤਲਬ ਕਿ ਅੱਜ ਲੋੜ ਹੈ ਇਸ ਗੱਲ ਨੂੰ ਸਮਝਣ ਦੀ ਕਿ ਸਰਕਾਰ ਦੇ ਉੱਤੇ ਸੰਘਰਸ਼ ਦਬਾਅ ਪਾਵੇ ਕਿ ਸਾਨੂੰ ਹਰ ਫਸਲ ਦੀ ਹਰ ਫਸਲ ਦਾ MSP ਦੇਵੇ, ਹਰ ਫਸਲ ਦੀ MSP ਦੇਵੇ ਤੇ ਕਿਸਾਨ ਉਧਰ ਨੂੰ ਆਉਣ। ਔਰ ਇੱਥੇ ਗੱਲ ਹੋਰ ਧਿਆਨ ਦੇਣ ਯੋਗ ਹੈ, ਸਿਰਫ MSP ਦੀ ਗੱਲ ਨਹੀਂ, ਕਿਸਾਨ ਨੂੰ ਚਾਹੀਦਾ ਵੀ ਇਹੋ ਜਿਹਾ ਬੜਾ ਗੰਭੀਰਤਾ ਨਾਲ, ਸੁਹਿਰਦਤਾ ਨਾਲ ਇਹ ਸਰਵੇ ਕਰਵਾਇਆ ਜਾਵੇ ਕਿ ਸਾਡੇ ਪਰਜਾ ਦੀਆਂ ਲੋੜਾਂ ਕਿੰਨੀ ਕਣਕ, ਕਿੰਨਾ ਝੋਨਾ, ਕਿੰਨੀਆਂ ਦਾਲਾਂ, ਕਿੰਨੀ ਕਪਾਹ, ਕਿੰਨਾ ਗੰਨਾ ਸਾਨੂੰ ਚਾਹੀਦਾ ਹੈ, ਔਰ ਸਾਨੂੰ ਐਕਸਪੋਰਟ ਕਰਨ ਲਈ ਕਿੰਨਾ ਚਾਹੀਦਾ, ਔਰ ਉਹਦੇ ਹਿਸਾਬ ਨਾਲ ਸਾਇੰਟਿਸਟ ਬੈਠ ਕੇ ਜਿਓਗ੍ਰਾਫੀਕਲ ਏਰੀਏ ਨੂੰ ਧਿਆਨ 'ਚ ਰੱਖਦੇ ਆ, ਸੋਇਲ ਦੀ ਪ੍ਰੋਪਰਟੀਜ਼ ਨੂੰ ਧਿਆਨ 'ਚ ਰੱਖਦੇ ਆ, ਇਹ ਫੈਸਲਾ ਕਰਨ ਵੀ ਦੇਸ਼ ਨੂੰ ਇੰਨੀਆਂ ਉਪਜ ਚਾਹੀਦੀ ਹੈ, ਇੰਨੀ ਕਪਾਹ, ਇੰਨਾ ਗੰਨਾ, ਇੰਨੇ ਚੌਲ, ਤੇ ਇੰਨੇ ਇਸ ਏਰੀਏ 'ਚ ਇੰਨੇ ਬੀਜ ਜਾਣ, ਇੱਥੇ ਆਉਣ, ਇਦਾਂ ਦੀ ਨੀਤੀ ਕੋਈ ਨਹੀਂ। ਵੇਸਟੇਜ ਬਚੇਗੀ ਇਸ ਦੇ ਨਾਲ। ਦੇਖੋ ਜੀ ਕਿੰਨਾ ਸਾਡਾ ਅਨਾਜ ਵੱਧ ਪੈਦਾ ਹੋ ਜਾਂਦਾ, ਉਹ ਵਰਤੋਂ 'ਚ ਨਹੀਂ ਆਉਂਦਾ, ਫਿਰ ਖਰਾਬ ਹੋ ਜਾਂਦਾ। ਦੇਖੋ ਪਹਿਲਾਂ ਤਾਂ ਸਰਕਾਰ ਮੁੱਲ ਦਿੰਦੀ ਹੈ ਉਹਨੂੰ ਖਰੀਦਣ ਦਾ, ਮੁੜ ਕੇ ਉਹਨੂੰ ਸੰਭਾਲਿਆ ਨਹੀਂ ਜਾਂਦਾ, ਫਿਰ ਉਹ ਗਲ ਜਾਂਦਾ, ਤੇ ਨੈਚੁਰਲ ਰਿਸੋਰਸਿਸ, ਖਾਦਾਂ, ਪਾਣੀ, ਕਿੰਨਾ, ਮਤਲਬ ਕਿ ਇਹਦੀ ਬਰਬਾਦੀ ਇੰਨੀ ਹੋ ਰਹੀ ਹੈ। ਦਿਸ ਇਜ਼ ਆਲ ਮਿਸਮੈਨੇਜਮੈਂਟ। 4 ਬੰਦੇ ਸਿਆਣੇ ਬੈਠ ਜਾਣ, ਇਹ ਕੰਮ ਆਰਾਮ ਨਾਲ ਹੋ ਸਕਦਾ। ਇਹਨੂੰ ਬੈਠ ਕੇ ਇੱਕ ਟੀਮ ਬਣ ਜਾਵੇ, ਇਹਦਾ ਪੂਰਾ ਜਾਇਜ਼ਾ ਲੈ ਲੈਣ ਵੀ ਕਿੰਨੀ ਕਿਹੜੀ ਉਪਜ ਚਾਹੀਦੀ ਹੈ, ਔਰ ਉਹ ਵੱਖ-ਵੱਖ ਸਟੇਟਸ ਨੂੰ ਕਹਿ ਦੇਣ ਕਿ ਜਿੱਥੇ ਉਹਨਾਂ ਦੇ ਵਧੀਆ ਅਨੁਕੂਲ ਵਾਤਾਵਰਨ ਨੇ ਉਹੋ ਜਿਹੀ ਫਸਲ ਨੂੰ ਉਹ ਬੀਜ ਲੈਣ, ਤੇ ਸਾਰੀ ਚੱਕੀ ਜਾਵੇ। ਸੋ 5ਵੀਂ ਗੱਲ ਮੈਂ ਇਹ ਕਿਹਾ ਵੀ ਇਹਦਾ ਵੀ ਇਹ ਪਾਲਿਸੀਜ਼ ਨਾ ਰਹਿਣ, ਇਹ 8 ਕਾਨੂੰਨ ਬਣਨੇ ਚਾਹੀਦੇ ਨੇ, ਚਾਹੇ 8 ਕਾਨੂੰਨ ਦਾ 1 ਕਾਨੂੰਨ ਬਣ ਕੇ ਉਹਦੀਆਂ ਮੱਦਾਂ ਬਣ ਜਾਣ, ਚਾਹੇ ਇਹਦੇ 8 ਦੇ 4 ਕਰਕੇ, ਜਿੱਦਾਂ ਵੀ ਇਹ ਲਾਅ ਪਾਰਲੀਮੈਂਟ ਨੇ ਦੇਖਣਾ। ਕੁਛ ਜਿਹੜੀਆਂ ਗੱਲਾਂ ਮੈਂ ਕਰ ਰਿਹਾ 8 ਵਿੱਚੋਂ ਕੁਝ ਤਾਂ ਸਟੇਟ ਦੇ ਪ੍ਰੀਵਿਊ ਦੇ ਵਿੱਚ ਨੇ, ਕੁਝ ਸੈਂਟਰ ਗਵਰਨਮੈਂਟ ਦੇ ਪ੍ਰੀਵਿਊ 'ਚ ਨੇ। ਇਹ ਸਾਡੇ ਜਿਹੜੇ ਕਾਨੂੰਨੀ ਮਾਹਰ ਨੇ, ਕਿਸਾਨ ਆਗੂ, ਉਹਨਾਂ ਨਾਲ ਬੈਠ ਕੇ ਵਿਚਾਰ ਲੈਣ ਤੇ ਉਸ ਹਿਸਾਬ ਨਾਲ ਵੰਡ ਕਰ ਲੈਣ ਵੀ ਆਹ ਵਾਲੀਆਂ ਗੱਲਾਂ ਦਾ ਕਾਨੂੰਨ ਕੇਂਦਰ ਸਰਕਾਰ ਬਣਾ ਦੇਵੇ ਤੇ ਆਹ ਵਾਲੀਆਂ ਗੱਲਾਂ ਦਾ ਕਾਨੂੰਨ ਰਾਜ ਸਰਕਾਰ ਬਣਾ ਦੇ। ਜਿਹੜੇ ਮੈਂ 8 ਪੁਆਇੰਟ ਰੱਖੇ ਆ, ਮੈਂ ਕਿਸੇ ਵੀ ਪੁਆਇੰਟ ਨੂੰ ਨੀਤੀ ਵਿੱਚ ਨਹੀਂ ਲੈ ਕੇ ਆਉਣ ਦੀ ਸਿਫਾਰਿਸ਼ ਕੀਤੀ। ਇਹ ਸਾਰੇ ਕਾਨੂੰਨ ਬਣਨੇ ਚਾਹੀਦੇ ਨੇ, ਔਰ ਇਹ ਡਿਵਰਸੀਫਿਕੇਸ਼ਨ ਦਾ ਵੀ ਕਾਨੂੰਨ ਬਣਨਾ ਚਾਹੀਦਾ ਹੈ। ਗਵਰਨਮੈਂਟ ਦੀ ਲਾਇਬਿਲਿਟੀ ਹੋਣੀ ਚਾਹੀਦੀ ਹੈ ਕਿ ਅਗਲਾ ਸੀਜ਼ਨ ਆਉਣ ਤੋਂ ਪਹਿਲਾਂ ਦੱਸੇ ਕਿਸਾਨ ਤੁਹਾਡੇ ਲਈ ਕੀ ਪੈਦਾ ਕਰੇ। ਉਹ ਮੂਰਖ ਥੋੜਾ ਹੈਗਾ ਹੈ ਜੀ, ਉਹਦਾ ਪਿਆਜ਼ ਕਦੀ ਸੜਕਾਂ ਤੇ ਰੋਲਦਾ, ਕਦੀ 80 ਰੁਪਏ ਵਿਕਦਾ। ਮਤਲਬ ਇਹ ਗੱਲ ਕੀ ਹੈਗੀ ਹੈ, ਕਿਉਂਕਿ ਉਹਨੂੰ ਅਸੀਂ ਗਾਈਡਲਾਈਨ ਨਹੀਂ ਦਿੰਦੇ। ਇੱਕ ਟੀਮ ਹੋਵੇ ਜਿਹੜੀ ਇਹ ਗਾਈਡਲਾਈਨਸ ਦਵੇ, ਤਾਂ ਮਤਲਬ ਕਿ ਇਹੋ ਜਿਹੀ ਗੱਲ ਹੀ ਕੋਈ ਨਹੀਂ ਕਿ ਵੰਨ-ਸੁਵੰਨਤਾ ਨਾ ਆਵੇ ਤੇ ਸਾਡੇ ਜਿਹੜੀ ਹੈ ਉਪਜ ਹੈ ਕਿਸੇ ਦੀ ਵੇਸਟੇਜ ਕਿਉਂ ਹੋਵੇ। ਸਾਰਾ ਕੁਝ ਠੀਕ ਹੋ ਸਕਦਾ, ਬਟ ਇਹਦੇ ਲਈ ਜਿਹੜੀ ਨਾ ਨੀਅਤ ਹੈਗੀ ਹੈ ਨਾ, ਉਹ ਨੀਅਤ ਚੰਗੀ ਹੋਣੀ ਚਾਹੀਦੀ ਹੈ, ਬਿਲਕੁਲ। ਔਰ 6ਵੀਂ ਜਿਹੜੀ ਮੈਂ ਸਿਫਾਰਿਸ਼ ਕੀਤੀ ਹੈ, 6ਵਾਂ ਕਾਨੂੰਨ ਹੈ ਜੋ ਪਰਾਲੀ ਦਾ ਹੈ। ਪਰਾਲੀ ਜਿਹੜੀ ਹੈਗੀ ਨਾ, ਇਹਦੇ ਉੱਤੇ ਬਹੁਤ ਵੱਡਾ ਇਸ਼ੂ ਹੈ। ਕਿਸਾਨਾਂ ਨੇ ਵੀ ਜਿਹੜੀ ਮੀਟਿੰਗ ਰੱਖੀ ਹੋਈ, 4 ਏਜੰਡੇ ਉਹਨਾਂ ਨੇ ਕਹੇ, ਉਹਨਾਂ ਨੇ ਵੀ ਇਸ ਗੱਲ ਨੂੰ ਰੱਖੇ, ਸਾਨੂੰ ਜੁਰਮਾਨਾ ਨਾ ਕਰੋ। ਦੇਖੋ ਮੈਂ ਕਿਸਾਨਾਂ ਨਾਲ ਬਿਲਕੁਲ ਸਹਿਮਤ ਹਾਂ, ਕਿਸਾਨਾਂ ਨੂੰ ਕੋਈ ਜੁਰਮਾਨਾ ਨਹੀਂ ਹੋਣਾ ਚਾਹੀਦਾ। ਤੇ ਹੋਣਾ ਕੀ ਚਾਹੀਦਾ ਹੈ ਵੀ ਇਹਦੇ ਉੱਤੇ ਗਵਰਨਮੈਂਟ ਪਹਿਲਾਂ ਵੀ ਕੰਮ ਕਰ ਰਹੀ ਹੈ। ਖੈਰ ਇਹਦੇ ਉੱਤੇ ਇਹ ਨਹੀਂ ਕਿ ਗਵਰਨਮੈਂਟ ਕੰਮ ਨਹੀਂ ਕਰ ਰਹੀ, ਕੰਮ ਕਰ ਰਹੀ ਹੈ, ਪਰ ਇਸ ਕੰਮ ਨੂੰ ਹੋਰ ਵਧੇਰੇ ਨਿਪੁੰਨਤਾ ਨਾਲ ਕਰਨਾ ਚਾਹੀਦਾ ਕਿ ਹਰ ਕਿਸਾਨ ਨੂੰ ਇਸ ਪਰਾਲੀ ਨੂੰ ਸੰਭਾਲਣ ਦੀਆਂ ਵਿਧੀਆਂ ਦੀ ਨੌਲੇਜ ਦਿੱਤੀ ਜਾਵੇ, ਉਹਦਾ ਕੌਨਫੀਡੈਂਸ ਬਿਲਡ ਕੀਤਾ ਜਾਵੇ। ਇਹਨੂੰ 1 ਸਾਲ ਲੱਗ ਜਾਣ ਜਾਂ 2 ਸਾਲ ਲੱਗ ਜਾਣ, ਪਰ ਕਿਸਾਨਾਂ ਨੂੰ ਵੀ ਇੱਥੇ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਥੇ ਕਹਿ ਰਹੀ ਹੈ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲ ਲਓ, ਬਿਲਕੁਲ ਠੀਕ ਕਹਿ ਰਹੀ ਹੈ। ਮੈਂ ਬਤੌਰ ਭੂਮੀ ਵਿਗਿਆਨੀ ਇਹ ਗੱਲ ਕਹਿ ਸਕਦਾ ਕਿ ਜੇ ਅਸੀਂ ਇਸ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੇ ਕਾਮਯਾਬ ਹੋ ਜਾਈਏ, ਵਿਧੀਆਂ ਤਾਂ ਵਧੀਆ ਤਿਆਰ ਹੋ ਚੁੱਕੀਆਂ ਨੇ, ਸਿਰਫ ਕਿਸਾਨ ਨੇ ਸਿੱਖਣੀਆਂ ਨੇ। ਜੇ ਕਿਸਾਨ ਸਿੱਖ ਕੇ ਅਪਣਾ ਲਵੇ ਤਾਂ ਸਾਡੇ ਝਾੜ ਵੀ ਵਧਣਗੇ, ਭੂਮੀ ਦੀ ਸਿਹਤ ਵੀ ਵਧੀਆ ਹੋਵੇਗੀ, ਵਾਤਾਵਰਨ ਦਾ ਪ੍ਰਦੂਸ਼ਣ ਵੀ ਘਟੇਗਾ।
ਪਰ ਇਹ ਜ਼ਰੂਰ ਹੋ ਸਕਦਾ ਕਿ ਪਹਿਲੇ 1 ਜਾਂ 2 ਸਾਲ ਤੁਹਾਡੇ ਝਾੜ ਥੋੜੇ ਘਟ ਜਾਣ, ਪਰ ਇਹ ਹਰ ਬੜੇ ਜ਼ਰੂਰੀ ਨਹੀਂ ਹੈ, ਹੋ ਸਕਦਾ ਹੈ। ਪਰ ਇਹ ਵੀ ਉਹ 2 ਸਾਲਾਂ ਦੇ ਬਾਅਦ ਥੋੜੀ ਕਹਿ ਲਓ ਇੱਕ ਇਨਵੈਸਟਮੈਂਟ ਹੈ, ਤੇ ਉਦੋਂ ਬਾਅਦ ਤੁਹਾਡੇ ਜਿਹੜੇ ਝਾੜ ਨੇ ਉਹ ਵਧਣੇ ਸ਼ੁਰੂ ਹੋਣਗੇ, ਖਾਦਾਂ ਦੀ ਬਚਤ ਹੋਣੀ ਸ਼ੁਰੂ ਹੋਵੇਗੀ, ਔਰ ਇਹਨਾਂ 2 ਸਾਲਾਂ ਦੇ ਵਿੱਚ ਸਰਕਾਰ ਜੁਰਮਾਨਾ ਕਰਨ ਦੀ ਥਾਂ ਕਿਸਾਨਾਂ ਨੂੰ ਸਬਸਿਡੀ ਦੇ ਦੇਵੇ ਵੀ ਤੁਹਾਡਾ ਜੇ ਝਾੜ ਥੋੜੇ 2 ਸਾਲਾਂ ਲਈ ਘਟਦਾ ਹੈ ਉਹਦੇ ਤੇ ਕੋਈ ਜਿਸ ਤਰ੍ਹਾਂ ਦੀ ਵੀ ਵਿਚਾਰ ਕਰਕੇ ਨੀਅਤ ਹੋ ਜਾਵੇ। ਡਾਕਟਰ ਸਾਹਿਬ ਮਾਫ ਕਰਨਾ ਇੰਟਰਪਟ ਕਰ ਰਹੀ ਹਾਂ ਮੈਂ, ਬਹੁਤ ਸਾਰੇ ਕਿਸਾਨਾਂ ਨੇ ਇਹ ਸਵਾਲ ਕੀਤਾ ਸੀ ਕਿ ਪਰਾਲੀ ਸਾੜਨ ਦੇ ਉੱਤੇ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਸਰਕਾਰ ਨੇ ਸੁਣਾ ਦਿੱਤੀ ਹੈ, ਤਾਂ ਕੀ ਜਿਹੜੇ ਕਿਸਾਨ ਪਰਾਲੀ ਨਹੀਂ ਸਾੜਦੇ ਕਿ ਉਹਨਾਂ ਨੂੰ 1 ਕਰੋੜ ਰੁਪਏ ਇਨਾਮ ਦਿੱਤਾ ਜਾਂਦਾ ਹੈ? ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਦੇਖੋ ਕਿਸਾਨ ਨਾਲ ਉਹੀ ਗੱਲ ਹੋ ਗਈ, ਪੜਿਆ ਹੋਵੇ ਓਮੀਆ ਹੈ ਨਾ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਵਾਲੀ ਗੱਲ ਹੈ ਵੀ ਕਿਸਾਨ ਅਨਪੜ੍ਹ ਸਿਆਣੇ ਹੋ ਰਹੇ ਨੇ। ਉਹਨਾਂ ਦੇ ਸਵਾਲ, ਹਰ ਸਵਾਲ ਵਿੱਚ ਉਹਨਾਂ ਦਾ ਵਜ਼ਨ ਹੈਗਾ ਵੀ ਪੜਿਆ ਹੋਇਆ ਤਾਂ ਗੁਨਾਹਗਰ ਕੇ ਬਣਿਆ ਬੈਠਾ ਹੈ, ਤੇ ਜਿਹੜੇ ਅਨਪੜ੍ਹ ਓਮੀ ਸਾਧ ਨੇ ਉਹ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਨੇ। ਦੇਖੋ 1 ਕਰੋੜ ਦਾ ਜੁਰਮਾਨਾ ਕਰਨਾ, 5 ਸਾਲ ਦੀ ਕੈਦ ਕਰਨੀ, ਇਹ ਫੇਰ ਧੱਕੇਸ਼ਾਹੀ ਹੈ, ਇਹ ਆਟੋਕ੍ਰੇਸੀ ਹੈ। ਦੇਖੋ ਤੁਸੀਂ ਉਹ ਕਿਸਾਨ ਦੀ ਉਂਗਲ ਫੜ ਕੇ ਉਹਨੂੰ ਸਿਖਾਇਆ ਹੋਵੇ, ਉਹ ਨਾ ਕਰੇ, ਫਿਰ ਉਹਨੂੰ ਕੋਈ ਗੱਲ ਕਰੋ। ਤੁਸੀਂ ਉਹਦੇ ਤੱਕ ਹਜੇ ਆਪਣੀ ਵਿਧੀਆਂ ਲੈ ਕੇ ਨਹੀਂ ਗਏ, ਤੁਹਾਡੇ ਕੋਲ ਇੰਨਾ ਸਬਸਟੀਟਿਊਟ ਦਿੱਤਾ ਹੀ ਨਹੀਂ ਹੈ। ਨਹੀਂ ਸਬਸਟੀਟਿਊਟ ਤਾਂ ਦੇ ਦਿੱਤਾ ਬਟ ਇੰਨਾ ਅਮਲਾ ਸ਼ਾਖਾ ਨਹੀਂ ਹੈਗਾ ਸਰਕਾਰ ਕੋਲੇ। ਖੇਤੀ ਵਿਗਿਆਨੀ ਦੀਆਂ ਪੋਸਟਾਂ ਵਿਲੀਆਂ ਪਈਆਂ, ਖੇਤੀ ਮਾਹਰਾਂ ਦੀਆਂ, ਪਸਾਰ ਮਾਹਰਾਂ ਦੀਆਂ ਪੋਸਟਾਂ ਵਿਲੀਆਂ ਪਈਆਂ, ਇੰਨੀ ਮੈਨ ਪਾਵਰ ਹੀ ਹੈ ਨਹੀਂ ਕਿ ਪੰਜਾਬ ਦੇ ਹਰ ਪਿੰਡ ਦੇ ਹਰ ਕਿਸਾਨ ਨੂੰ ਇਹ ਵਿਧੀ ਦੀ ਸਿਖਲਾਈ ਦਿੱਤੀ ਜਾ ਸਕੇ। ਚਾਹੀਦਾ ਤਾਂ ਫਿਰ ਦਿੱਤਾ ਤੇ ਨਾ ਦਿੱਤਾ ਇੱਕ ਬਰਾਬਰ ਹੋ ਗਿਆ ਨਾ। ਬਿਲਕੁਲ ਜੀ, ਸਬਸਟੀਟਿਊਟ ਦਿੱਤਾ ਜਾਂ ਨਹੀਂ ਦਿੱਤਾ ਇਹ ਨਹੀਂ ਇੱਕ ਬਰਾਬਰ ਦੀ ਮੈਂ ਗੱਲ ਥੋੜਾ ਇੱਥੇ ਡਿਫਰ ਕਰਾਂਗਾ ਤੁਹਾਡੇ ਨਾਲ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕੰਮ ਹੁੰਦਾ ਰਿਸਰਚ ਕਰਨਾ। ਉਹਨਾਂ ਨੇ ਇੱਕ ਵਿਧੀਆਂ ਬਣਾ ਕੇ ਦਿੱਤੀਆਂ, ਹੁਣ ਸਰਕਾਰ ਦਾ ਕੰਮ ਹੈ ਕਿ ਉਸ ਵਿਧੀ ਨੂੰ ਲੋਕਾਂ ਤੱਕ ਲੈ ਜਾਵੇ। ਹੁਣ ਸਰਕਾਰ ਆਪਣਾ ਅਮਲਾ ਸ਼ਾਖਾ ਭਰਤੀ ਕਰੇ, ਉਹਨਾਂ ਕੰਮ ਕਰੇ, ਤੇ ਮੇਰਾ ਨਹੀਂ ਖਿਆਲ ਜਿਹੜੇ ਇੰਨੇ ਸਿਆਣੇ ਕਿਸਾਨ ਆਪਾਂ ਦੇਖਦੇ ਹਾਂ ਉੱਥੇ ਬੈਠੇ ਨੇ ਬਾਰਡਰ ਦੇ ਉੱਤੇ, ਦੇਖੋ ਉੱਥੇ ਲੋਕਾਂ ਨੂੰ ਲੰਗਰ ਛਕਾ ਰਹੇ ਨੇ, ਲੋਕਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਖੂਨਦਾਨ ਕਰੀ ਜਾ ਰਹੇ ਨੇ। ਇਹ ਮੂਰਖ ਲੋਕ ਥੋੜਾ ਨੇ, ਜੇ ਇਹਨਾਂ ਨੂੰ ਸਮਝਾਓਗੇ ਤੁਸੀਂ ਇਹ ਕਿਵੇਂ ਨਹੀਂ ਸਮਝਣਗੇ। ਅੱਤਵਾਦੀ ਕਿਵੇਂ ਹੋ ਗਏ, ਅੱਤਵਾਦੀ ਕਿਵੇਂ ਹੋ ਗਏ? ਤਾਂ ਇੰਨੇ ਮੈਂ ਤਾਂ ਹੱਦ ਹੋ ਗਈ, ਇਹਨਾਂ ਨੇ ਉੱਥੇ ਬੈਠਿਆਂ ਅਖਬਾਰ ਵੀ ਕੱਢ ਦਿੱਤਾ, ਕਿੰਨੇ ਲੋਕਾਂ ਨੂੰ ਉੱਥੇ ਖੂਨਦਾਨ ਹੀ ਕਰੀ ਜਾ ਰਹੇ ਨੇ। ਮਤਲਬ ਕਿ ਇਹਨਾਂ ਲੋਕਾਂ ਤੇ ਨੂੰ ਕਰੋੜ ਰੁਪਏ ਦਾ ਜਾ ਕੇ ਮੈਨੂੰ ਨਹੀਂ ਪਤਾ ਕਿੰਨਾ ਨਾ ਰੱਖਿਆ ਜੁਰਮਾਨਾ, ਜੋ ਵੀ ਹੈ ਉਹਦੇ ਵਿੱਚ ਜਿਹੜੀ ਵੀ ਫਿਗਰ ਹੈ ਉਹ ਛੋਟੀ ਹੋਵੇ ਜੁਰਮਾਨਾ ਵੱਡਾ ਹੋਵੇ ਉਹ ਗਲਤ ਹੈ, ਕਿਉਂਕਿ ਸਾਡਾ ਕਿਸਾਨ ਬਹੁਤ ਸਿਆਣਾ ਹੈ, ਬਹੁਤ ਸੂਝਵਾਨ ਹੈ। ਜੇ ਸਰਕਾਰ ਇਹੋ ਜਿਹੀਆਂ ਨੀਤੀਆਂ ਬਣਾ ਕੇ ਕਿਸਾਨ ਨੂੰ ਸਮਝਾ ਦੇਵੇ ਤਾਂ ਕਿਸਾਨ ਨੇ ਝੱਟ ਸਮਝ ਲੈਣਾ ਵੀ ਗੱਲ ਕਿਹੜੀ ਹੈ। ਇਹ ਮਤਲਬ ਕਿ ਇਹ ਗਲਤ ਪਾਸੇ ਚੱਲ ਰਹੀ ਹੈ, ਕਿਸਾਨ ਦਾ ਗਲਾ ਘੁੱਟਣ ਵੱਲ ਚੱਲ ਰਹੀ ਹੈ। ਕਿਸਾਨ ਨੂੰ ਕੋਈ ਜੁਰਮਾਨਾ ਨਹੀਂ ਹੋਣਾ ਚਾਹੀਦਾ, ਪਰ ਕਿਸਾਨ ਨੂੰ ਐਜੂਕੇਟ ਕਰਕੇ ਪੂਰੀਆਂ ਸੁਵਿਧਾਵਾਂ ਦੇ ਕੇ ਸਿਖਲਾਈ ਦੇ ਕੇ ਸਾਨੂੰ 1-2 ਸਾਲਾਂ ਦੇ ਵਿੱਚ ਇਹਦੀ ਇੱਕ ਮੁਹਿੰਮ ਬਣਾ ਲੈਣੀ ਚਾਹੀਦੀ ਹੈ ਕਿ ਆਪਾਂ ਸਾਰਿਆਂ ਨੇ ਰਲ ਕੇ ਇਹਨੂੰ ਪਰਾਲੀ ਨੂੰ ਸੜਨ ਤੋਂ ਬਚਾਉਣਾ। ਇਹਦੇ ਉੱਤੇ ਵੀ ਕਾਨੂੰਨ ਬਣਨਾ ਚਾਹੀਦਾ ਵੀ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਕਿ ਮਿਹਨਤੀ ਕਿਸਾਨਾਂ ਤੇ ਵੱਡੇ ਜੁਰਮਾਨੇ ਲਾਵੇ, ਉਹਨਾਂ ਨੂੰ ਜੇਲ੍ਹ ਵਿੱਚ ਭੇਜੇ, ਬਲਕਿ ਕਿਸਾਨ ਦਾ ਫਰਜ਼ ਸਰਕਾਰ ਦਾ ਫਰਜ਼ ਬਣਦਾ ਕਿ ਕਿਸਾਨਾਂ ਨੂੰ ਆਪ ਉਂਗਲ ਫੜ ਕੇ ਸਮਝਾਵੇ। ਕਿਸਾਨ ਸਾਡੇ ਬਹੁਤ ਬੀਬੇ ਨੇ, ਕਿਸਾਨਾਂ ਨੇ ਦਿਖਾਤਾ ਕਿੰਨੀ ਨਿਮਰਤਾ, ਕਿੰਨਾ ਪਿਆਰ, ਕਿੰਨੇ ਦੇਸ਼ ਭਗਤ ਨੇ ਕਿਸਾਨ। ਦੇਸ਼ ਧਰੋਹੀ ਸਰਕਾਰ ਵਿੱਚ ਬੈਠੇ ਆ, ਦੇਸ਼ ਭਗਤ ਧਰਨਿਆਂ ਤੇ ਬੈਠੇ ਆ, ਤੇ ਇਹ ਸਾਨੂੰ ਪਲਟਾ ਮਾਰਨਾ ਹੀ ਪਊਗਾ ਤੇ ਵੱਜ ਰਿਹਾ। ਸੋ 6ਵਾਂ ਕਾਨੂੰਨ ਬਣਾਉਣ ਲਈ ਮੈਂ ਇਹ ਸਿਫਾਰਿਸ਼ ਕੀਤੀ ਹੈ। ਔਰ 7ਵਾਂ ਮੈਂ ਜੋ ਬੇਨਤੀ ਕੀਤੀ ਹੈ ਵੀ ਫਸਲ ਭੰਡਾਰਨ। ਦੇਖੋ ਕਿਸਾਨ ਦੀ ਫਸਲ ਰੁਲਦੀ ਹੈ ਸੜਕਾਂ ਦੇ ਉੱਤੇ ਜੀ, ਜਦੋਂ ਉਹ ਮਾਰਕੀਟ 'ਚ ਉਹਦੀ ਡਿਮਾਂਡ ਹੁੰਦੀ ਹੈ ਉਦੋਂ ਤੱਕ ਕਿਸਾਨ ਸੰਭਾਲ ਕੇ ਨਹੀਂ ਰੱਖ ਸਕਦਾ, ਜਦੋਂ ਦਾ ਮੁੱਲ ਮਿਲਣਾ ਹੁੰਦਾ। ਜਿਹੜੇ ਵਪਾਰੀ ਲੋਕ ਨੇ ਫਿਰ ਉਹਦਾ ਭੰਡਾਰਨ ਕਰਦੇ। ਇੱਥੇ ਦਾ ਪੰਗਾ ਪਾਇਆ ਸਰਕਾਰ ਨੇ, ਇਹ ਸਾਡਾ ਪੁਰਾਣਾ ਕਾਨੂੰਨ। ਦੇਖੋ ਭਾਰਤ ਦੇ ਸੰਵਿਧਾਨ ਘਾੜੇ ਬੜੇ ਸਿਆਣੇ ਹੋਣੇ ਜਿਨ੍ਹਾਂ ਨੇ ਉਹ ਗੱਲਾਂ ਲਿਖੀਆਂ ਨੇ, ਅਸੀਂ ਉਹਨੂੰ ਸੋਧ ਕਰ ਰਹੇ ਹਾਂ ਵੀ ਕੋਈ ਬੰਦਾ ਜਿੰਨਾ ਮਰਜ਼ੀ ਸਟੋਰ ਕਰ ਲਵੇ। ਅਕਸਰ ਨੂੰ ਕੋਈ ਲਿਮਿਟ ਹੋਣੀ ਚਾਹੀਦੀ ਹੈ ਵੀ ਇੱਧਰ ਨੂੰ ਕਿਉਂ ਤੁਰੀਏ ਅਸੀਂ। ਸਰਕਾਰ ਕਿਉਂ ਨਾ ਆਪ ਹੀ ਕਿਸਾਨਾਂ ਨੂੰ ਫਸਲ ਭੰਡਾਰਨ ਦੀਆਂ ਸੁਵਿਧਾਵਾਂ ਬਣਾ ਕੇ ਦੇਵੇ, ਜਿੱਥੇ ਉਹ ਫਲ, ਸਬਜ਼ੀਆਂ, ਖੁੰਬਾਂ, ਅਨਾਜ ਸਟੋਰ ਕਰ ਲੈਣ, ਕਿਸਾਨ ਉਦੋਂ ਪੇ ਕਰਨ ਭਾਵੇਂ, ਤੇ ਉਦੋਂ ਬਾਅਦ ਜਦੋਂ ਮਹਿੰਗੇ ਮੁੱਲ ਤੇ ਆਉਂਦਾ ਤੇ ਉਦੋਂ ਕਿਸਾਨ ਨੂੰ ਵੇਚ ਲਵੇ, ਪਰ ਉਹ ਕੰਮ ਕਿਸਾਨ ਕਰੇ। ਹੁਣ ਸੁਣਨ ਵਿੱਚ ਆਇਆ ਕਿ ਫੂਡ FCI ਸਾਡਾ ਬੜਾ ਵੱਡਾ ਅਦਾਰਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਦੇਖੋ ਆਹ ਕਰਪਟ ਘਰਾਣਿਆਂ ਨਾਲ ਰਲ ਕੇ ਫਸਲ ਭੰਡਾਰਨ ਦਾ ਕੰਮ ਕਰ ਰਹੀ ਹੈ। ਮਤਲਬ ਆਪਣੇ ਕੰਮ ਘਰਾਣਿਆਂ ਦੇ ਹਵਾਲੇ ਕਿਉਂ ਕੀਤੇ ਜਾ ਰਹੇ ਨੇ? ਵੱਡਾ ਸਵਾਲ ਖੜਾ, ਕਿੱਡਾ ਵੱਡਾ ਸਵਾਲ ਹੈ। BSNL ਦਾ ਹਾਲ ਦੇਖੋ ਕੀ ਹੋਇਆ, ਕਿੱਡਾ ਵੱਡਾ ਅਦਾਰਾ ਸੀ ਸਾਡਾ BSNL, ਸਾਰਾ ਵੇਚ ਛੱਡਿਆ ਇਹਨਾਂ ਕੋਲੇ। ਹਾਂਜੀ, ਹੁਣ ਲੋਕੀ ਜੀਓ ਨੂੰ ਛੱਡ ਕੇ ਜਾ ਰਹੇ ਦੂਜੇ ਪਾਸੇ, ਤੇ ਉਹ BSNL ਕੋਲ ਜਾਂਦੇ ਉਹਨੂੰ ਸਰਵਿਸ ਨਹੀਂ ਮਿਲਦੀਆਂ, ਤੇ BSNL ਨੂੰ ਉਹ ਸਰਵਿਸਾਂ ਦੇਣ ਵਾਸਤੇ ਛੱਡਿਆ ਹੀ ਨਹੀਂ। ਉਹ ਸਰਵਿਸਿਜ਼ ਉਹ ਦੇ ਹੀ ਨਹੀਂ ਸਕਦਾ, ਕਿਉਂਕਿ ਜਦੋਂ BSNL ਦੇ ਅਫਸਰਾਂ ਨਾਲ ਬੈਠਦੇ ਆ, ਮਿਲਦੇ ਆ, ਮੀਡੀਆ ਤੇ ਬਹੁਤ ਕੁਝ ਪਿਆ, ਉਹਨਾਂ ਨੇ ਆ ਕੇ ਆਪਣਾ ਦਿਲ ਰੋਇਆ ਕਿ ਸਾਨੂੰ ਸਰਕਾਰ ਅਲਾਓ ਹੀ ਨਹੀਂ ਕਰ ਰਹੀ ਜੋ ਸਾਡੇ ਕੋਲੇ ਹੋਣਾ ਚਾਹੀਦਾ। ਸੋ ਇਹ ਹੁਣ ਇਹ ਜਿਹੜੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਕੰਮ ਵੀ ਘਰਾਣੇ ਕਰਨਗੇ,
ਤੇ ਮੰਡੀ ਦਾ ਕੰਮ ਵੀ ਘਰਾਣੇ ਕਰਨਗੇ, ਵਿਦਿਆ ਦਾ ਕੰਮ ਵੀ ਹੋ ਗਿਆ, ਐਗਰੀਕਲਚਰ ਯੂਨੀਵਰਸਿਟੀਆਂ ਵੀ ਗਈਆਂ ਤੇ ਰਹਿ ਵੀ ਫਿਰ ਗਿਆ। ਤਾਂ ਭਵਿੱਖ ਸਾਫ਼ ਤਰੀਕੇ ਦੇ ਨਾਲ ਦਿਖ ਹੀ ਰਿਹਾ ਸਾਨੂੰ। ਦੇਖੋ ਜੀ, ਈਸਟ ਇੰਡੀਆ ਕੰਪਨੀ ਨੂੰ ਅੱਗੇ ਲਿਆਉਣ ਦੇ ਲਈ ਇਹ ਕੰਮ ਹੋ ਰਿਹਾ ਤੇ ਜਿੱਦਾਂ ਭਾਰਤ ਜਾਗ ਚੁੱਕਿਆ ਹੈ, ਹੁਣ ਕਿਸੇ ਵੀ ਈਸਟ ਇੰਡੀਆ ਕੰਪਨੀ ਨੂੰ ਦੁਆਰਾ ਆਉਣ ਨਹੀਂ ਦੇਵੇਗਾ। ਸੋ ਫਸਲ ਭੰਡਾਰਨ ਦਾ ਮੈਂ 7ਵੇਂ ਕਾਨੂੰਨ ਦੀ ਗੱਲ ਕਰ ਰਿਹਾ ਸੀ ਕਿ ਸਰਕਾਰ ਨੂੰ ਆਪ ਇਹ ਕੰਮ ਕਰਨਾ ਚਾਹੀਦਾ, ਕਿਸਾਨਾਂ ਦੇ ਫਸਲ ਭੰਡਾਰਨ ਦੀਆਂ ਸੁਵਿਧਾਵਾਂ ਦਵੇ, ਕਿਸਾਨ ਉਹਨੂੰ ਪੇ ਕਰੇ, ਕਿਉਂਕਿ ਕਿਸਾਨ ਨੇ ਵੱਧ ਮੁੱਲ ਲੈਣਾ ਹੈ, ਬਿਲਕੁਲ ਠੀਕ ਹੈ ਨਾ, ਤੇ ਉਹ ਕਿਸਾਨ ਜ਼ਰੂਰ ਪੇ ਕਰੇਗਾ। ਪਰ ਇਹ ਕੰਮ ਕਿਸੇ ਪ੍ਰਾਈਵੇਟ ਘਰਾਣੇ ਨੂੰ ਜਾਂ ਉਹਦੀ ਸਹਾਇਤਾ ਨਾਲ ਕਰਨ ਦੀ ਬਜਾਏ ਦੇਖੋ, ਲੋਕਾਂ ਨੂੰ ਸਰਕਾਰ ਤੇ ਭਰੋਸਾ ਵੱਧ ਹੈ ਤੇ ਸਰਕਾਰ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਆ ਕਿ ਮੈਂ ਕਰ ਸਕਦੀ ਹਾਂ। ਸੋ ਇਹ ਬੜੀ ਵਿਡੰਬਣਾ ਹੈਗੀ ਆ। ਤੇ ਇੱਥੇ ਮੈਂ ਕਹੂੰਗਾ ਵੀ ਇਹ ਜਿਹੜੀ ਗੱਲ ਹੈ ਨਾ, ਸਾਰੀ ਜਿਹੜਾ ਸੰਘਰਸ਼ ਚੱਲ ਰਿਹਾ, ਇਹ ਵੀ ਨੋਟ ਕਰਨ ਵਾਲੀ ਗੱਲ ਹੈ ਵੀ ਇਹ ਜਿਹੜੇ ਇੰਨੇ ਲੋਕ ਇਕੱਠੇ ਹੋ ਗਏ ਨਾ, ਸਾਇੰਸਦਾਨ ਇਕੱਠੇ ਹੋ ਗਏ, ਕਿਸਾਨਦਾਰ ਦਾ ਮਸਲਾ ਹੈਗਾ, ਸ਼ਹਿਰੀ ਇਕੱਠੇ ਹੋ ਗਏ, ਦੁਕਾਨਦਾਰ ਇਕੱਠੇ ਹੋ ਗਏ, ਆੜ੍ਹਤੀ ਇਕੱਠੇ ਹੋ ਗਏ, ਅਧਿਆਪਕ ਇਕੱਠੇ ਹੋ ਗਏ, ਕਿਉਂਕਿ ਇਹ ਸਾਰੇ ਗੱਲ ਸਿਰਫ ਹੁਣ ਕਿਸਾਨੀ ਜਿਹੜਾ ਇੰਨਾ ਬੰਦਾ ਉੱਥੇ ਬੈਠਾ ਨਾ, ਲੱਖ ਬੰਦਾ ਉੱਥੇ ਬੈਠਾ ਜਾਂ ਘਰਾਂ 'ਚ ਬੈਠਾ ਵੀ ਉੱਥੇ ਜੁੜਿਆ ਹੋਇਆ, ਇਹ ਕਿਸਾਨੀ ਕਾਨੂੰਨਾਂ ਕਰਕੇ ਨਹੀਂ ਜੁੜਿਆ ਹੋਇਆ। ਉਹਨੂੰ ਪਤਾ ਵੀ ਇਹ ਗੱਲ ਸਾਡਾ ਸਾਰਿਆਂ ਦਾ ਕੁੱਟਿਆ ਜਾ ਰਿਹਾ ਹੈ। ਜੀ, ਰੋਟੀ ਤਾਂ ਸਭ ਨੇ ਖਾਣੀ ਹੈ, ਰੋਟੀ ਸਭ ਨੇ ਖਾਣੀ ਹੈ, ਔਰ ਸਾਡਾ ਬਾਕੀ ਪਾਸੇ ਵੀ ਘਾਣ ਹੋ ਰਿਹਾ। ਤੇ ਇਸ ਸੰਘਰਸ਼ ਵਿੱਚੋਂ ਬਹੁਤ ਹੀ ਸਿਆਣੇ, ਸੂਝਵਾਨ, ਇਮਾਨਦਾਰ, ਗੈਰ ਸਿਆਸੀ ਬੰਦਿਆਂ ਨੂੰ ਉੱਠ ਕੇ ਅੱਗੇ ਆਉਣਾ ਪੈਣਾ ਔਰ ਇੱਕ ਮੁਹਿੰਮ ਲਿਖਣੀ ਪੈਣੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿਆਸੀ ਧਿਰਾਂ ਨੂੰ ਕੋਈ ਥਾਂ ਨਾ ਰਵੇ ਤੇ ਬਹੁਤ ਹੀ ਨਿਸ਼ਕਾਮ ਭਾਵਨਾ ਵਾਲੇ ਲੋਕ ਜਿਹੜੇ ਕਿ ਸਰਕਾਰ ਵਿੱਚ ਆਉਣ ਤੋਂ ਬਾਅਦ 1 ਰੁਪਏ ਦੀ ਤਨਖਾਹ ਦੀ ਆਸ ਵੀ ਨਾ ਰੱਖਣ, ਸਿਰਫ ਸੇਵਾ ਕਰਨ, ਉਹੋ ਜਿਹੇ MLA, ਉਹੋ ਜਿਹੇ MP ਨਾ ਨੌਜਵਾਨਾਂ ਵਿੱਚੋਂ ਨਿਕਲ ਕੇ ਅੱਗੇ ਆਉਣੇ ਚਾਹੀਦੇ, ਜਿਹੜਾ ਇੱਕ ਆਨਾ ਵੀ ਸਰਕਾਰ ਦੇ ਖਜ਼ਾਨੇ ਚੋਂ ਆਪਣੇ ਲਈ ਨਾ ਵਰਤਣ, ਬਸ ਸਮਾਜ ਦੀ ਸੇਵਾ ਕਰਨ। ਤੇ ਮੈਂ ਕਹਿੰਦਾ ਵੀ ਇਹ 5-10 ਸਾਲ ਦੀ ਖੇਡ ਹੈ। ਅਸੀਂ ਆਪਣੇ ਪੰਜਾਬ ਨੂੰ ਉਹੋ ਜਿਹਾ ਪੰਜਾਬ ਬਣਾ ਸਕਦੇ ਹਾਂ ਜਿਹੋ ਜਿਹਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦਾ ਸੀਗਾ। ਉਦੋਂ ਸੁਣਦੇ ਆ ਕਿ ਵਿਦੇਸ਼ਾਂ ਦੇ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀ ਤੇ ਆ ਸਾਡੇ ਬੰਦੇ ਉੱਥੇ ਜਾ ਕੇ ਨੌਕਰੀਆਂ ਤਰਸਦੇ ਨੇ। ਸੋ ਜੇ ਸਾਨੂੰ 8-10 ਸਾਲ ਵੀ ਮਿਲ ਜਾਣ ਸਿਆਣੇ ਬੰਦਿਆਂ ਨੂੰ, ਸਾਡੇ ਸਿਆਣੇ ਬੰਦੇ, ਕਿਉਂਕਿ ਸਿਆਸਤ ਇੰਨੀ ਗੰਦੀ ਚੀਜ਼ ਹੈ ਨਾ, ਕੋਈ ਸਿਆਣਾ ਬੰਦਾ ਆਉਣ ਨੂੰ ਤਿਆਰ ਨਹੀਂ, ਪਰ ਇਹ ਕੁਰਬਾਨੀਆਂ ਸਿਆਣੇ ਬੰਦਿਆਂ ਨੂੰ ਕਰਨੀਆਂ ਪੈਣਗੀਆਂ। ਔਰ ਸਾਡੇ ਦੇਸ਼ ਲਈ, ਸਾਡੇ ਭਾਰਤ ਦੇ ਭਵਿੱਖ ਲਈ ਜੇ ਸਿਆਣੇ ਇਮਾਨਦਾਰ ਬੰਦੇ ਅੱਗੇ ਆ ਜਾਣ ਤੇ ਮੈਨੂੰ ਲੱਗਦਾ ਪੰਜਾਬੀ ਇੰਨੇ ਮਿਹਨਤੀ ਨੇ ਨਾ, ਦਿਨ ਰਾਤ ਇੱਕ ਕਰ ਦੇਣਗੇ ਤੇ ਇੰਗਲੈਂਡ ਤੋਂ ਲੋਕਾਂ ਇੱਥੇ ਨੌਕਰੀ ਕਰਨੀ ਤਰਸਿਆ ਕਰਨਾ ਕਿ ਪੰਜਾਬ ਸਾਨੂੰ ਨੌਕਰੀ ਮਿਲ ਜਾਵੇ। ਤੇ ਬਹੁਤਾ ਲੰਮਾ ਕੰਮ ਨਹੀਂ, ਮੈਂ ਬੜੀ ਸਿੰਸੀਅਰਿਟੀ ਨਾਲ ਔਰ ਪਰਮਾਤਮਾ ਦੇ ਵਿਸ਼ਵਾਸ ਰੱਖ ਕੇ ਕਹਿਣਾ ਵੀ ਚੰਗੇ ਬੰਦੇ 10 ਸਾਲ ਲਈ ਅੱਗੇ ਆ ਜਾਣ ਨਾ ਤੇ ਪੰਜਾਬ ਦੀ ਨੁਹਾਰ ਬਦਲ ਕੇ ਉਹ ਹੋ ਜਾਊ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ, ਸਾਡੇ ਕਾਰਖਾਨਿਆਂ ਵਿੱਚ, ਸਾਡੇ ਖੇਤਾਂ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੋਂ ਲੋਕੀ ਨੌਕਰੀਆਂ ਕਰਨ ਲਈ ਤਰਸਣ ਨਾ ਲੱਗ ਗਏ ਤਾਂ ਮੇਰਾ ਨਾਮ ਵਟਾ ਦਿਓ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਰ ਰਿਹਾ। ਬਹੁਤ ਖੂਬ ਗੱਲ ਕਹੀ ਹੈ ਤੁਸੀਂ। ਆਖਰੀ ਜਿਹੜਾ 8ਵਾਂ ਤੁਹਾਡਾ ਪੁਆਇੰਟ ਹੈ, ਇਸ ਤੇ ਵੀ ਜ਼ਰੂਰ ਚਰਚਾ। ਹਾਂ, 8ਵਾਂ ਪੁਆਇੰਟ ਜਿਹੜਾ ਇਹ ਹੈਗਾ ਤੇ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਿ ਕਿਸਾਨਾਂ ਨੇ ਅਜੇ ਤੱਕ ਬਿਲਕੁਲ ਹੀ ਨਹੀਂ ਚੁੱਕਿਆ। ਸੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਐਡਾ ਵੱਡਾ ਸੰਘਰਸ਼ ਹੈ, ਦੇਸ਼ ਦੇ ਹਰ ਨਾਗਰਿਕ ਨੇ ਕਿਸਾਨ ਆਗੂਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਦਿੱਤਾ ਹੈ ਤੇ ਕਿਸਾਨਾਂ ਨੂੰ ਹੁਣ ਸਰਕਾਰ ਕੋਲ ਲੋਲੀਪੌਪ ਲੈ ਕੇ ਵਾਪਸ ਨਹੀਂ ਆਉਣਾ ਚਾਹੀਦਾ। ਉਹਨਾਂ ਦੇ ਨਿਸ਼ਾਨੇ ਵੱਡੇ ਹੋਣੇ ਚਾਹੀਦੇ ਨੇ। ਇਹੋ ਜਿਹੇ ਸੰਘਰਸ਼ ਦੂਏ ਤੀਏ ਦਿਨ ਖੜੇ ਨਹੀਂ ਹੁੰਦੇ। ਇੱਕ ਨਾਗਰਿਕ ਕਿਸਾਨਾਂ ਦੀ ਪਿੱਠ ਤੇ ਖੜਾ, ਜਿੱਥੇ ਕਹਿਣਗੇ ਆਪਣਾ ਜੀ ਜਾਨ ਵਾਰਨ ਨੂੰ ਤਿਆਰ ਬੈਠਾ ਹੈ। ਪਰ ਕਿਸਾਨਾਂ ਨੂੰ ਹਰ ਗੱਲ ਨੂੰ ਧਿਆਨ 'ਚ ਰੱਖਦਿਆਂ ਇਹ ਜਿਵੇਂ 8 ਨੁਕਾਤੀ ਪ੍ਰੋਗਰਾਮ, 8 ਕਾਨੂੰਨ ਬੇਨਤੀ ਕੀਤੀ ਹੈ, ਇਹਨਾਂ ਨੂੰ ਸਹੀ ਰੂਪ ਵਿੱਚ ਲਾਗੂ ਕਰਵਾ ਲੈਣਾ ਚਾਹੀਦਾ। 8ਵਾਂ ਜੋ ਮੈਂ ਸਿਫਾਰਿਸ਼ ਕੀਤੀ ਹੈ ਉਹ ਹੈ ਜੀ ਖੇਤੀ ਖੋਜ ਤੇ ਪਸਾਰ। ਖੇਤੀ ਖੋਜ ਤੇ ਪਸਾਰ ਦੇ ਉੱਤੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਉਸ ਤਰ੍ਹਾਂ ਨਹੀਂ ਹਨ। ਉਦਾਹਰਨ ਦੇ ਤੌਰ ਤੇ ਮੈਂ ਆਪਣੀ ਗੱਲ ਕਰਾਂ, ਮੈਂ 26 ਸਾਲ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਕੰਮ ਕਰ ਰਿਹਾ ਤੇ ਮੇਰੇ ਕੋਲੇ ਸਰਕਾਰ ਨੇ ਅੱਜ ਤੱਕ ਮੈਨੂੰ ਕੋਈ ਪੱਕਾ ਸਹਿਯੋਗੀ ਜਿਹੜਾ ਮੇਰੇ ਤਜਰਬਿਆਂ ਨੂੰ ਖੇਤ ਵਿੱਚ ਵੇਖਦਾ ਹੋਵੇ ਜਾਂ ਮੇਰੀ ਰਿਸਰਚ ਦੇ ਕੰਮ ਨੂੰ ਮੇਰੀ ਲੈਬੋਰੇਟਰੀ ਵਿੱਚ ਕਰਦਾ ਹੋਵੇ, ਮੇਰੇ ਕੋਲੇ ਨਹੀਂ ਹੈਗਾ। ਵੀ 26 ਸਾਲ ਤੋਂ ਇੱਕ ਵਿਗਿਆਨੀ ਕੰਮ ਕਰ ਰਿਹਾ ਹੈ ਤੇ ਉਹਦੇ ਕੋਲੇ ਇੱਕ ਵੀ ਪੱਕਾ ਬੰਦਾ ਮੇਰੇ ਖੇਤ ਵਿੱਚ ਮੇਰੇ ਤਜਰਬਿਆਂ ਨੂੰ ਦੇਖਣ ਲਈ ਨਹੀਂ ਤੇ ਇੱਕ ਵੀ ਬੰਦਾ ਮੇਰੀ ਲੈਬੋਰੇਟਰੀ ਵਿੱਚ ਆਏ ਸੈਂਪਲ ਦਾ ਐਨਾਲਿਸਿਸ ਕਰਨ ਲਈ ਮੇਰੇ ਕੋਲੇ ਨਹੀਂ ਹੈਗਾ। ਮੈਂ ਉਹ ਸਾਰਾ ਕੰਮ ਆਪਣੀ ਨਿੱਜੀ ਮਿਹਨਤ ਨਾਲ ਇੰਟਰਨੈਸ਼ਨਲ ਏਜੰਸੀ ਨੂੰ ਆਪਣੇ ਪ੍ਰੋਜੈਕਟ ਸਬਮਿਟ ਕਰਕੇ ਲੈ ਕੇ ਆਉਣਾ ਤੇ ਮੇਰੇ ਕੋਲ ਇਸ ਵੇਲੇ 4 ਵਿਗਿਆਨੀ ਮੇਰੇ ਨਾਲ ਕੰਮ ਕਰਦੇ ਨੇ, ਪਰ ਉਹ ਸਾਰੇ ਐਡਹੌਕ ਤੇ ਨੇ। 10-12 ਮੇਰੇ ਨਾਲ ਦੂਸਰਾ ਮੇਰਾ ਟੈਕਨੀਕਲ ਸਟਾਫ ਹੈ, ਉਹ ਸਾਰਾ ਐਡਹੌਕ ਤੇ ਹੈ, ਜਿਹੜਾ ਕਿ ਮੇਰੇ ਆਪਣੀ ਮਿਹਨਤ ਨਾਲ ਲਿਆਂਦੇ ਹੋਏ ਖੋਜ ਪ੍ਰੋਜੈਕਟਾਂ ਵਿੱਚੋਂ ਉਹਨਾਂ ਦੀਆਂ ਤਨਖਾਹਾਂ ਆਉਂਦੀਆਂ ਨੇ, ਪਰ ਉਹਨਾਂ ਵਿੱਚੋਂ ਕਿਸੇ ਵੀ ਬੰਦੇ ਨੂੰ ਸਰਕਾਰ ਵੱਲੋਂ ਤਨਖਾਹ ਨਹੀਂ ਮਿਲਦੀ। ਉਹ ਮੇਰੀ ਆਪਣੀ ਮਿਹਨਤ ਹੈ। ਤੇ ਇਦਾਂ ਹੀ ਜਿਹੜੇ ਹੋਰ ਵਿਗਿਆਨੀ ਨੇ ਉਹ ਵੀ ਮੇਰੇ ਵਾਂਗੂ ਹੀ ਕੰਮ ਕਰਦੇ ਨੇ। ਇਹ ਮੇਰੇ ਨਾਲ ਇਕੱਲੇ ਨਾਲ ਨਹੀਂ ਕਿ ਮੇਰਾ ਹਾਲ ਹੈ, ਇਹ ਸਾਰਿਆਂ ਦਾ ਇਹੀ ਹਾਲ ਹੈ ਕਿ ਬਹੁਤ ਟਾਵੇਂ ਕੋਲੇ ਕੋਈ ਸਹਿਯੋਗ ਹੈ ਪਰ ਬਹੁਤੇ ਵਿਗਿਆਨੀਆਂ ਕੋਲੇ ਕੋਈ ਪੱਕਾ ਸਹਿਯੋਗ ਨਹੀਂ। ਇਹੋ ਜਿਹੇ ਮਾਹੌਲ ਵਿੱਚ ਕੰਮ ਕਰਨ ਲਈ ਪਤਾ ਕੀ ਹੁੰਦਾ,
ਸਾਨੂੰ ਪ੍ਰਾਈਵੇਟ, ਮੈਂ ਅੱਜ ਤੱਕ ਵੈਸੇ ਕਿਸੇ ਪ੍ਰਾਈਵੇਟ ਕੰਪਨੀ ਕੋਲੋਂ ਪ੍ਰੋਜੈਕਟ ਲੈ ਕੇ ਖੋਜ ਨਹੀਂ ਕੀਤੀ, ਪਰ ਸਾਡੇ ਵਿਗਿਆਨੀਆਂ ਤੇ ਪ੍ਰੈਸ਼ਰ ਪੈਂਦੇ ਨੇ, ਉਹਨਾਂ ਨੂੰ ਉੱਥੋਂ ਪ੍ਰੋਜੈਕਟ ਲੈਣੇ ਪੈਂਦੇ ਆ, ਘਰਾਣਿਆਂ ਤੋਂ ਪ੍ਰੋਜੈਕਟ ਲੈਣੇ ਪੈਂਦੇ ਆ। ਜਦੋਂ ਅਸੀਂ ਪ੍ਰਾਈਵੇਟ ਕੰਪਨੀਆਂ ਤੋਂ ਪੈਸੇ ਲੈ ਕੇ ਖੋਜ ਕਰਦੇ ਹਾਂ, ਘਰਾਣਿਆਂ ਤੋਂ ਪੈਸੇ ਲੈ ਕੇ ਖੋਜ ਕਰਦੇ ਹਾਂ, ਤਾਂ ਨਿਰਸੰਦੇਹ ਉਹਨਾਂ ਦੀ ਸੋਚ ਦਾ ਸਾਡੀ ਸਾਇੰਸ ਦੇ ਉੱਤੇ ਭਾਰੂ ਹੋਣਾ ਸੁਭਾਵਿਕ ਬਣ ਜਾਂਦਾ ਹੈ। ਉਹ ਉਹਨਾਂ ਦੀ ਸੋਚ ਸਾਡੀ ਖੋਜ ਵਿੱਚੋਂ, ਭਾਵੇਂ ਵਿਗਿਆਨੀ ਬੜੇ ਸਿਆਣੇ ਨੇ, ਛੇਤੀ ਕਿਤੇ ਆਪਣੇ ਸਿਧਾਂਤਾਂ ਤੋਂ ਹਿਲਦੇ ਨਹੀਂ, ਪਰ ਨਿਰਸੰਦੇਹ ਹੈ ਜੇ ਮੈਂ ਤੁਹਾਡੀ ਨੌਕਰੀ ਕਰ ਰਿਹਾ ਤਾਂ ਮੈਨੂੰ ਤੁਹਾਡੀ ਕੋਈ ਨਾ ਕੋਈ ਗੱਲ ਵਿੱਚ ਸਹਿਮਤੀ ਪ੍ਰਗਟਾਉਣੀ ਪੈਣੀ ਹੈ। ਇਹ ਇੱਕ ਕੁਦਰਤੀ ਮਨੁੱਖੀ ਸੁਭਾਅ ਹੈ। ਜਦੋਂ ਤੱਕ ਮਨੁੱਖ ਅੰਦਰੋਂ ਇੰਨਾ ਆਤਮਿਕ ਬਲ ਨਾ ਰੱਖਦਾ ਹੋਵੇ ਕਿ ਮੈਂ ਤਾਂ ਬਈ ਸੱਚ ਦੀ ਗੱਲ ਕਰਨੀ ਹੈ, ਠੀਕ ਹੈ ਤੂੰ ਮੈਨੂੰ ਪੈਸੇ ਦੇ ਰਿਹਾ, ਪਰ ਖਬਰਦਾਰ ਜੇ ਤੂੰ ਮੈਨੂੰ ਗਲਤ ਗੱਲ ਕਰਨ ਨੂੰ ਕਿਹਾ। ਪਰ ਇਹੋ ਜਿਹੇ ਵਿਅਕਤੀ ਸਮਾਜ ਵਿੱਚ ਬਹੁਤ ਥੋੜੇ ਹੁੰਦੇ ਨੇ। ਬਿਲਕੁਲ ਇਸੇ ਕਰਕੇ ਉਹਨਾਂ ਘਰਾਣਿਆਂ ਤੋਂ ਪੈਸੇ ਲੈ ਕੇ ਖੋਜ ਹੋਣੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਜਿੰਨਾ ਰਿਸਰਚ ਲਈ ਫੰਡਿੰਗ ਆਉਣੀ ਚਾਹੀਦੀ ਹੈ, ਉਹ ਸਿਰਫ ਤੇ ਸਿਰਫ ਸਰਕਾਰ ਵੱਲੋਂ ਆਉਣੀ ਚਾਹੀਦੀ ਹੈ। ਕਿਸੇ ਵੀ ਘਰਾਣੇ ਸਰਕਾਰ ਨੂੰ ਦੇਣ, ਸਰਕਾਰ ਉਹਨੂੰ ਵਿਚਾਰੇ ਤੇ ਫਿਰ ਸਰਕਾਰ ਦਵੇ ਖੇਤੀਬਾੜੀ ਯੂਨੀਵਰਸਿਟੀ ਨੂੰ। ਜਦੋਂ ਘਰਾਣੇ ਜਾਂ ਕਾਰਪੋਰੇਸ਼ਨਸ, ਪ੍ਰਾਈਵੇਟ ਏਜੰਸੀਜ਼, ਇਹ ਜਿਹੜੇ ਪਲੇਅਰਸ ਨੇ, ਇਹ ਸਿੱਧੇ ਖੋਜ ਲਈ ਪੈਸੇ ਦਿੰਦੇ ਨੇ, ਤਾਂ ਇਹਨਾਂ ਦੀ ਇੱਛਾ ਹੁੰਦੀ ਹੈ ਕਿ ਸਾਡੇ ਹਿਸਾਬ ਨਾਲ ਖੋਜ ਕੀਤੀ ਜਾਵੇ, ਜਿਹੜੀ ਕਿ ਖੋਜ ਤੇ ਬੜਾ ਭਾਰੂ ਹੈ। ਸੋ 8ਵਾਂ ਕਾਨੂੰਨ ਮੈਂ ਇਹ ਬੇਨਤੀ ਕੀਤੀ ਹੈ ਵੀ ਕਿਸੇ ਵੀ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਸੇ ਵੀ ਪ੍ਰਾਈਵੇਟ ਘਰਾਣੇ ਜਾਂ ਪ੍ਰਾਈਵੇਟ ਏਜੰਸੀ ਤੋਂ ਪੈਸੇ ਲੈਣ ਦੀ ਆਗਿਆ ਨਾ ਹੋਵੇ। ਸਾਰੇ ਪੈਸਿਆਂ ਦਾ ਬੰਦੋਬਸਤ ਸਰਕਾਰ ਕਰਕੇ ਦੇਵੇ, ਪਰ ਇਹਦੇ ਨਾਲ ਇਹ ਵੀ ਜ਼ਰੂਰੀ ਹੋਵੇ ਕਿ ਜਿੰਨੇ ਵਿਗਿਆਨੀ ਨੇ ਸਾਰਿਆਂ ਨੂੰ ਸਹੂਲਤਾਂ ਮਿਲਣ ਦੇ ਨਾਲ ਨਾਲ ਉਹਨਾਂ ਦੀ ਜਵਾਬਦੇਹੀ ਨਿਸ਼ਚਿਤ ਹੋਵੇ। ਜਿੰਨੇ ਖੇਤੀਬਾੜੀ ਪਸਾਰ ਮਹਿਰ ਪਿੰਡਾਂ 'ਚ ਕੰਮ ਕਰਦੇ, ਉਹਨਾਂ ਦੀ ਜਵਾਬਦੇਹੀ ਨਿਸ਼ਚਿਤ ਹੋਵੇ। ਜੇ ਕੋਈ ਵੀ ਖੇਤੀ ਵਿਗਿਆਨੀ ਉਹ ਤੇ ਪੂਰਾ ਨਹੀਂ ਉਤਰਦਾ, ਜਾਂ ਖੇਤੀ ਪਸਾਰ ਮਹਿਰ ਉਹ ਤੇ ਪੂਰਾ ਨਹੀਂ ਉਤਰਦਾ, ਉਹਨੂੰ ਸੇਵਾ ਮੁਕਤ ਕਰੋ ਕਿ ਜਾ ਵੀ ਤੇਰੀ ਸਾਨੂੰ ਲੋੜ ਨਹੀਂ, ਤੁਰਾ ਆਪਣੇ ਘਰ ਜਾ ਕੇ ਬੈਠ। ਮਤਲਬ ਕਿ ਮੈਂ ਕਿਸੇ ਇੱਕ ਪਾਸੜ ਗੱਲ ਨਹੀਂ ਕਰ ਰਿਹਾ, ਮੈਂ ਦੇਸ਼ ਦੇ ਹਿੱਤਾਂ ਵਿੱਚ ਗੱਲ ਕਰ ਰਿਹਾ। ਸਰਕਾਰ ਦਾ ਫਰਜ਼ ਹੋਵੇ ਕਿ ਹਰ ਖੇਤੀ ਵਿਗਿਆਨੀ ਨੂੰ ਪੂਰੀਆਂ ਸਹੂਲਤਾਂ ਦੇਵੇ, ਉਹ ਨਿਸ਼ਚਿੰਤ ਹੋ ਕੇ ਆਪਣਾ ਕੰਮ ਕਰੇ। ਜੇ ਨਹੀਂ ਕੰਮ ਕਰਦਾ ਉਹਦੀ ਛੁੱਟੀ ਕਰੇ, ਭਾਈ ਜਾ ਘਰ ਬੈਠ। ਔਰ ਇਹਦੇ ਲਈ ਹੋਣਾ ਕੀ ਚਾਹੀਦਾ ਹੈ, ਇੱਕ ਇਹੋ ਜਿਹੀ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਕਮੇਟੀ ਦੇ ਵਿੱਚ ਬਹੁਤ ਉੱਚ ਕੋਟੀ ਦੇ ਵਿਗਿਆਨੀ ਹੋਣ, ਜਿਨ੍ਹਾਂ ਦਾ ਵਿਜ਼ਨ ਹੋਵੇ। ਉਹਦੇ ਵਿੱਚ ਛੋਟੇ ਕਿਸਾਨ ਹੋਣ ਜਿਹੜੇ 5 ਕਿੱਲਿਆਂ ਤੋਂ ਘੱਟ ਖੇਤੀ ਵਾਲੇ ਆ, ਵੱਡੇ ਅਗਾਂਹ ਵਧੂ ਕਿਸਾਨ ਹੋਣ। ਇੱਕ ਇਹੋ ਜਿਹਾ ਗੈਰ ਸਿਆਸੀ ਲੋਕਾਂ ਦਾ ਸੰਗਠਨ ਹੋਵੇ, ਤੇ ਇਹ ਸੰਗਠਨ ਹਰ ਸਟੇਟ ਦਾ ਆਪੋ ਆਪਣਾ ਹੋਵੇ, ਕਿਉਂਕਿ ਪੰਜਾਬ ਦੀ ਤਰ੍ਹਾਂ ਬਾਕੀ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਵਾਤਾਵਰਨ ਨਹੀਂ ਹੈ, ਸਭ ਦਾ ਆਪੋ ਆਪਣਾ ਅਨੁਕੂਲ ਵਾਤਾਵਰਨ ਪੰਜਾਬ ਦੇ ਜਿਹੜੇ ਖੇਤਾਂ ਲਈ ਨੇ, ਬਾਕੀਆਂ ਦੇ ਉਹੋ ਜਿਹੇ ਨਹੀਂ ਹੈਗੇ। ਇਸੇ ਕਾਰਨ ਪੰਜਾਬ ਜ਼ਿਆਦਾ ਪ੍ਰੋਡਿਊਸ ਕਰਦਾ। ਉਹ ਬਾਕੀਆਂ ਦੀਆਂ ਆਪਣੀਆਂ ਇਕੋਲੋਜੀਕਲ ਇਸ਼ੂਜ਼ ਨੇ, ਸੋਸ਼ਲ ਇਸ਼ੂ ਨੇ, ਇਕਨੋਮਿਕਲ ਇਸ਼ੂ ਨੇ। ਹਰ ਸਟੇਟ ਦੀ ਇੱਕ ਵੱਖਰੀ ਕਮੇਟੀ ਬਣੇ ਤੇ ਉਸ ਕਮੇਟੀ ਦੀ ਕਮਾਂਡ ਥੱਲੇ ਉਸ ਸਟੇਟ ਦੀ ਖੇਤੀਬਾੜੀ ਯੂਨੀਵਰਸਿਟੀ ਤੇ ਉਸ ਸਟੇਟ ਦਾ ਐਗਰੀਕਲਚਰ ਡਿਪਾਰਟਮੈਂਟ ਹੋਵੇ। ਜੇ ਪੰਜਾਬ ਦੇ ਵਿੱਚ ਇਦਾਂ ਦੀ ਬੋਡੀ ਹੋਵੇ, ਉਹਦੇ ਅੰਡਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੰਮ ਕਰੇ, ਉਹਦੇ ਅੰਡਰ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਕੰਮ ਕਰੇ, ਦੋਨਾਂ ਤੇ ਉਸ ਬੋਡੀ ਦਾ ਕੁੰਡਾ ਹੋਵੇ ਤੇ ਉਹ ਰਿਸਰਚ ਨੂੰ ਵੀ ਡਾਇਰੈਕਸ਼ਨਸ ਦੇਵੇ ਕਿ ਭਾਈ ਤੁਸੀਂ ਇਦਾਂ ਦੀ ਖੋਜ ਕਰੋ। ਤੇ ਉਹ ਜਿਹੜੀ ਉੱਥੋਂ ਖੋਜ ਆਉਂਦੀ ਹੈ ਉਹਨੂੰ ਖੇਤੀਬਾੜੀ ਵਿਭਾਗ ਦੇ ਕੇ ਇੰਸ਼ੋਰ ਕਰਾਵੇ ਕਿ ਹਰ ਕਿਸਾਨ ਦੇ ਖੇਤ ਵਿੱਚ ਉਹ ਪਹੁੰਚ ਜਾਵੇ। ਤੇ ਜਦੋਂ ਵੀ ਕੋਈ ਕਾਨੂੰਨ ਬਣਨਾ ਹੈ, ਇਸ ਕਮੇਟੀ ਦੇ ਰਾਹੀਂ ਹੀ ਕਾਨੂੰਨ ਦੀ ਪ੍ਰਪੋਜ਼ਲ ਤਿਆਰ ਹੋਵੇ, ਉਹੀ ਸਰਕਾਰ ਕੋਲ ਜਾਵੇ। ਨਾ ਤਾਂ ਕੇਂਦਰ ਸਰਕਾਰ ਕੋਲੇ ਕੋਈ ਹੱਕ ਹੋਵੇ ਕਾਨੂੰਨ ਬਣਾ ਦੇਣ ਦਾ, ਨਾ ਹੀ ਰਾਜ ਸਰਕਾਰ ਕੋਲੇ ਕੋਈ ਹੱਕ ਹੋਵੇ ਖੇਤੀ ਸੰਬੰਧੀ ਕਾਨੂੰਨ ਬਣਾ ਦੇਣ ਦਾ। ਜਿਹੜੀ ਇੱਕ ਬੋਡੀ ਬਣੇ, ਜਿਹਨੂੰ ਮੈਂ ਖੇਤੀ ਖੋਜ ਅਤੇ ਪਸਾਰ ਸੰਬੰਧੀ ਕਾਨੂੰਨ ਦੀ ਗੱਲ ਕਰ ਰਿਹਾ, ਇਹ ਬੋਡੀ ਹੀ ਉਹੋ ਜਿਹਾ ਕੋਈ ਕਾਨੂੰਨ ਜਾਂ ਉਹਦੀ ਤਰਮੀਮ ਲੈ ਕੇ ਆਵੇ ਤੇ ਫਿਰ ਸਰਕਾਰ ਉਹਨੂੰ ਲਾਗੂ ਕਰੇ। ਤੇ ਔਨ ਦਾ ਹੋਲ ਚਾਹੀਦਾ ਇਹ ਹੈ ਵੀ ਸਰਕਾਰ ਦਾ ਕੰਮ ਫੈਸਲੇ ਲੈਣਾ ਨਾ ਹੋਵੇ, ਉਹਦਾ ਕੰਮ ਹੋਵੇ ਵਿਦਵਾਨਾਂ ਵੱਲੋਂ ਲਏ ਹੋਏ ਫੈਸਲਿਆਂ ਨੂੰ ਲਾਗੂ ਕਰਵਾਉਣਾ। ਮੁੱਦਾ ਭਾਵੇਂ ਖੇਤੀਬਾੜੀ ਦਾ ਹੋਵੇ, ਚਾਹੇ ਐਜੂਕੇਸ਼ਨ ਦਾ ਹੋਵੇ, ਚਾਹੇ ਹੈਲਥ ਸਰਵਿਸਿਜ਼ ਦਾ ਹੋਵੇ, ਚਾਹੇ ਡਿਫੈਂਸ ਦਾ ਹੋਵੇ, ਫੈਸਲੇ ਲੈਣ ਦਾ ਕੰਮ ਸਿਆਸੀ ਲੋਕਾਂ ਕੋਲ ਨਹੀਂ ਹੋਣਾ ਚਾਹੀਦਾ। ਫੈਸਲੇ ਵਿਦਵਾਨ ਲੋਕ ਲੈਣ, ਪੜ੍ਹੇ ਲਿਖੇ ਲੋਕ ਲੈਣ ਤੇ ਉਹਨਾਂ ਦੇ ਲਏ ਹੋਏ ਫੈਸਲਿਆਂ ਨੂੰ ਸਿਰਫ ਲਾਗੂ ਕਰਨ ਦਾ ਅਧਿਕਾਰ ਜਿਹੜਾ ਸਾਡੇ ਸਿਆਸੀ ਲੋਕਾਂ ਕੋਲ ਹੋਣਾ ਚਾਹੀਦਾ। ਇਹਦੇ ਲਈ ਸਾਨੂੰ ਵੱਡਾ ਸੰਘਰਸ਼ ਵਿੱਢਣਾ ਪਵੇਗਾ। ਸੋ 8ਵੇਂ ਪੁਆਇੰਟ 'ਚ ਮੈਂ ਆਖਰੀ ਗੱਲ ਇਹ ਲਿਖੀ ਹੈ ਵੀ ਜਿਹੜੀ ਇਹ ਬੋਡੀ ਬਣੇ, ਇਹ ਰਿਸਰਚ ਨੂੰ ਔਰ ਐਕਸਟੈਂਸ਼ਨ ਦੇ ਸਾਰੇ ਕੰਮਾਂ ਨੂੰ ਕੰਟਰੋਲ ਤਾਂ ਕਰੇ ਹੀ ਕਰੇ, ਔਰ ਇੱਦਾਂ ਦੀ ਇੱਕ ਪਾਲਿਸੀ ਡਿਜ਼ਾਈਨ ਕੀਤੀ ਜਾਵੇ ਕਿ ਜੋ ਵੀ ਵਿਗਿਆਨੀ ਚਾਹੁੰਦੇ ਆ ਕਿ ਹੋਣਾ ਚਾਹੀਦਾ, ਜਿੰਨੀਆਂ ਵੀ ਉન્નਤ ਵਿਧੀਆਂ ਨੇ ਉਹ ਚਾਹੁੰਦੇ ਆ ਵੀ ਲਾਗੂ ਹੋਣੀਆਂ ਚਾਹੀਦੀਆਂ ਨੇ। ਹਰ ਡਿਸਟ੍ਰਿਕਟ ਦੇ ਵਿੱਚ 10-10 ਪਿੰਡਾਂ ਨੂੰ ਰੋਲ ਮਾਡਲ ਬਣਾਇਆ ਜਾਵੇ। ਜਿਹੜੀ ਵੀ ਉਹ ਵਿਧੀ ਚਾਹੁੰਦੇ ਆ ਵੀ ਇਹ ਕਾਰਗਰ ਹੈ, ਇਹ ਅਪਣਾਈ ਜਾ ਸਕਦੀ ਹੈ, ਇਹ ਬੋਡੀ ਉਹ 10 ਪਿੰਡਾਂ 'ਚੋਂ ਲਾਗੂ ਕਰੇ, ਹਰ ਜ਼ਿਲ੍ਹੇ ਦੇ 10 ਪਿੰਡ। ਤੇ ਮੇਰਾ ਖਿਆਲ ਹੈ ਜੇ ਆਪਾਂ ਐਂ ਕਰਦਿਆਂ ਇਹ 10 ਸਾਲ ਵੀ ਮੈਂ ਜ਼ਿਆਦਾ ਕਹਿ ਰਿਹਾ, ਆਪਾਂ ਮਤਲਬ ਕਿ ਮੈਕਸਿਮਮ 10 ਸਾਲ ਲੱਗ ਜਾਣਗੇ। ਪਰ ਮੈਨੂੰ ਲੱਗਦਾ
ਹੋ ਸਕਦਾ 5-6 ਸਾਲਾਂ ਵਿੱਚ ਹੀ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਤੀ ਦੀਆਂ ਵਿਗਿਆਨਕ ਵਿਧੀਆਂ ਲਾਗੂ ਕਰ ਲਈਏ। ਔਰ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦਾ ਕਿਸਾਨ ਐਡਾ ਮਿਹਨਤੀ ਕਿਸਾਨ ਹੈ ਨਾ, ਇਹਨੂੰ ਸਾਡੀਆਂ ਨੀਤੀਆਂ ਨੇ ਮਾਰ ਲਿਆ, ਸਾਡੀਆਂ ਇਹੋ ਜਿਹੀਆਂ ਮਾੜੀਆਂ ਪਾਲਿਸੀਜ਼ ਔਰ ਸਿਆਸੀ ਲੋਕਾਂ ਦੀ ਮਾੜੀ ਸੋਚ ਨੇ ਮਾਰ ਲਿਆ। ਜੇ 10 ਸਾਲਾਂ ਵਾਸਤੇ ਅਸੀਂ ਇਹਦਾ ਇੱਕ ਪ੍ਰੋਪਰ ਪਲਾਨ ਬਣਾ ਕੇ ਮਿੱਥ ਕੇ ਤੁਰ ਪਈਏ ਤਾਂ ਸਮੁੱਚੇ ਵਿਸ਼ਵ ਦੇ ਲਈ ਪੰਜਾਬ ਇੱਕ ਖੇਤੀਬਾੜੀ ਦਾ ਮਾਡਲ ਬਣ ਕੇ ਉੱਭਰ ਆ ਸਕਦਾ ਹੈ। ਕਿਉਂਕਿ ਅਮਰੀਕਾ ਦੇ ਵਿਗਿਆਨੀ ਤੁਹਾਡੇ ਪੰਜਾਬ ਵਿੱਚ ਆ ਕੇ ਸਿੱਖਣਗੇ ਖੇਤੀ ਕਰਨੀ ਕਿਵੇਂ ਹੈ। ਮੈਂ ਉਦਾਹਰਨ ਦੀ ਗੱਲ ਕਰਦਾ, ਮੈਂ ਹੁਣ ਪਿੱਛੇ ਯੂਨੀਵਰਸਿਟੀ ਆਫ ਕੈਂਬਰਿਜ ਦੇ ਵਿੱਚ ਕੰਮ ਕਰਕੇ ਆਇਆ 5 ਮਹੀਨਿਆਂ ਲਈ ਸਾਇੰਸ ਦਾ ਬਤੌਰ ਵਿਜ਼ਿਟਿੰਗ ਸਾਇੰਟਿਸਟ ਮੈਂ ਉੱਥੇ ਕੰਮ ਕਰ ਰਿਹਾ ਸੀ। ਜਿਹੜੀ ਵਿਧੀ ਲਈ ਮੈਨੂੰ ਹੁਣੇ ਪੁਰਸਕਾਰ ਦਿੱਤਾ ਸੀ ਭਾਰਤ ਸਰਕਾਰ ਨੇ, ਉਸ ਵਿਧੀ ਨੂੰ ਇੰਗਲੈਂਡ ਦੇ ਵਿਗਿਆਨੀਆਂ ਨੇ ਸਮੂਹਿਕ ਤੌਰ ਤੇ ਬੜੀ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਇਹ ਗੱਲ ਲਿਖੀ ਹੈ ਕਿ ਅਸੀਂ ਇਸ ਵਿਧੀ ਨੂੰ ਇੰਗਲੈਂਡ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਹਾਂ। ਔਰ ਅਗਲੇ ਸਾਲ ਉਹਨਾਂ ਦੀ ਪਲੈਨਿੰਗ ਹੈ ਕਿ ਬੜੇ ਵੱਡੇ ਪੱਧਰ ਤੇ ਇੰਗਲੈਂਡ ਦੇ ਵਿੱਚ ਇਸ ਵਿਧੀ ਨੂੰ ਅਪਣਾਉਣ ਦੇ ਉਹ ਤਜਰਬੇ ਆਰੰਭ ਵੀ ਕਰ ਰਹੇ ਨੇ, ਉਹਦੇ ਤੇ ਵਿਉਂਤਬੰਦੀ ਸ਼ੁਰੂ ਹੋ ਚੁੱਕੀ ਹੈ। ਸੋ ਮੈਂ ਯਕੀਨ ਨਾਲ ਕਹਿ ਸਕਦਾ ਕਿ ਅਸੀਂ ਆਉਣ ਵਾਲੇ 10 ਸਾਲਾਂ ਵਿੱਚ ਪੰਜਾਬ ਦੀ ਖੇਤੀਬਾੜੀ ਨੂੰ ਇਸ ਪੱਧਰ ਤੇ ਖੜਾ ਕਰ ਦੇਵਾਂਗੇ ਕਿ ਵਿਕਸਿਤ ਦੇਸ਼ਾਂ ਦੇ ਕਿਸਾਨ ਤੇ ਵਿਗਿਆਨੀ ਸਾਡੇ ਪੰਜਾਬ ਵਿੱਚ ਆ ਕੇ ਸਿੱਖਿਆ ਕਰਨਗੇ ਕਿ ਖੇਤੀ ਕਰਨੀ ਕਿਵੇਂ ਹੈ। ਸੋ ਇਹ ਮੈਂ ਜੋ 8 ਕਾਨੂੰਨ ਦੀ ਬਣਾਉਣ ਦੇ ਲਈ ਬੇਨਤੀ ਕੀਤੀ ਹੈ, ਮੈਂ ਆਸ ਕਰਦਾ ਕਿ ਪਰਮਾਤਮਾ ਵੱਲੋਂ ਕਿਸਾਨਾਂ ਨੂੰ ਇੱਕ ਦਿਨ ਹੋਰ ਮਿਲ ਗਿਆ ਵਿਚਾਲੇ। ਸੋ ਮੈਂ ਤਾਂ ਅਵੇਲੇਬਲ ਮੈਨੂੰ ਲੱਗਦਾ ਡਾਕਟਰ ਸਾਹਿਬ ਜਿਹੜੀ ਰਣਨੀਤੀ ਤੁਸੀਂ ਸਾਂਝੀ ਕੀਤੀ, 8 ਪੁਆਇੰਟਸ ਤੁਸੀਂ ਸਾਂਝੇ ਕੀਤੇ ਨੇ, ਜੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਕਿਸਾਨ ਆਪਣੀ ਅਗਲੀ ਰਣਨੀਤੀ ਬਣਾਉਣ ਤਾਂ ਜਿਹੜਾ ਸਦੀਵੀ ਹੱਲ ਹੈ ਜਿਸ ਦੀ ਮੰਗ ਵੀ ਕੀਤੀ ਜਾ ਰਹੀ, ਉਡੀਕ ਵੀ ਕੀਤੀ ਜਾ ਰਹੀ, ਉਹ ਬਹੁਤਾ ਦੂਰ ਨਹੀਂ ਹੈ। ਬਿਲਕੁਲ ਬਹੁਤ ਧੰਨਵਾਦ ਅੱਜ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਤਾਂ ਬੜੀ ਹੀ ਜ਼ਰੂਰੀ, ਬੜੀ ਹੀ ਅਹਿਮ ਜਾਣਕਾਰੀ ਡਾਕਟਰ ਵਰਿੰਦਰਪਾਲ ਜੀ ਨੇ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨ ਆਪਣੀ ਜਿਹੜੀ ਅਗਲੀ ਰਣਨੀਤੀ ਹੈ ਉਹ ਬਣਾਉਣਗੇ ਤੇ ਜਲਦ ਤੋਂ ਜਲਦ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾਏਗਾ। ਡੇਲੀ ਪੋਸਟ